ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਸਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਵ ਸਚਿਆਰੀ ਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਗੁਰਬਾਣੀ ਦੇ ਪਵਿੱਤਰ ਅਰਥਾਂ ਨੂੰ ਵਿਚਾਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸਤਿਗੁਰੂ ਜੀ ਦੀ ਬਾਣੀ ਦੀ ਸੁੱਧ ਸੰਥਿਆ ਵਾਸਤੇ ਚੱਲ ਰਹੀ ਪੌੜੀ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਸਮੇਂ ਸਮੇਰ ਪਰਬਤ ਤੇ ਸਿੱਧਾਂ ਦੇ ਉਧਾਰ ਲਈ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ, ਉਸ ਸਮੇਂ ਮਹਾਰਾਜ ਜੀ ਨੇ ਫਿਰ ਸਿੱਧਾਂ ਨੂੰ ਇਹ ਸਵਾਲ ਕੀਤਾ ਸੀ ਕਿ ਜੀਵ ਦਾ ਹਿਰਦਾ ਕਿਵੇਂ ਸਚਿਆਰ ਬਣ ਸਕਦਾ ਹੈ ਤੇ ਉਸ ਦੇ ਅੰਦਰੋਂ ਜਿਹੜੀ ਝੂਠ ਦੀ ਕੰਧ ਹੈ, ਕੂੜ ਦੀ, ਉਹ ਕਿਵੇਂ ਟੁੱਟ ਸਕਦੀ ਹੈ। ਜਿਹੜੀ ਪਰਮੇਸ਼ਰ ਨਾਲੋਂ ਵਿੱਥ ਪੈ ਰਹੀ ਹੈ, ਦੂਰੀ ਪੈ ਰਹੀ ਹੈ, ਉਹ ਕਿਵੇਂ ਦੂਰ ਹੋ ਸਕਦੀ ਹੈ। ਤੋ ਸਿੱਧਾਂ ਨੇ ਆਪਣਾ ਪਹਿਲਾ ਸਾਧਨ ਜਿਹੜਾ ਸੀ ਉਹ ਦੱਸਿਆ ਸੀ ਕਿ ਸੁੱਚ ਪਵਿੱਤਰਤਾ ਦੇ ਨਾਲ
ਜੀਵ ਦਾ ਹਿਰਦਾ ਸਚਿਆਰ ਹੋ ਸਕਦਾ ਹੈ ਤੇ ਉਹਦੇ ਅੰਦਰੋਂ ਕੂੜ ਦੀ ਝੂਠ ਦੀ ਕੰਧ ਜਿਹੜੀ ਆ ਉਹ ਟੁੱਟ ਸਕਦੀ ਹੈ, ਨਾਸ ਹੋ ਸਕਦੀ ਹੈ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਿੱਧਾਂ ਦੇ ਸਾਧਨ ਦਾ ਖੰਡਨ ਕੀਤਾ। ਮਹਾਰਾਜ ਜੀ ਨੇ ਕਿਹਾ ਕਿ ਬਾਹਰੋਂ ਸਰੀਰ ਦੀ ਸੋਚ ਪਵਿੱਤਰਤਾ ਰੱਖਣੇ ਕਰਕੇ ਮਨ ਸੁੱਚਾ ਨਹੀਂ ਹੁੰਦਾ, ਪਵਿੱਤਰ ਨਹੀਂ ਹੁੰਦਾ। ਤੇ ਸਤਿਗੁਰੂ ਜੀ ਨੇ ਇਹ ਵਾਕ ਕਹੇ, ਸੋਚੈ ਸੋਚ, ਦੋ ਦਲਾਵਾਂ ਉਚਾਰਨ ਕਰਨੀਆਂ। ਦੂਸਰੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਤੇ ਬਿੰਦੀਆਂ ਆਪਣੇ ਕੋਲੋਂ ਸੋਚੀ ਨਹੀਂ, ਬਿੰਦੀ ਨਹੀਂ ਲਾਉਣੀ। ਸੱਚੇ ਪਾਤਸ਼ਾਹ ਜੀ ਕਹਿੰਦੇ ਲੱਖਾਂ ਸੋਚ ਪਵਿੱਤਰਤਾ ਸਰੀਰ ਦੀ ਕਰੀ ਜਾਵੇ ਤੇ ਉਹ ਸੋਚ ਪਵਿੱਤਰਤਾ ਸਰੀਰ ਦੀ ਕਰਨੇ ਕਰਕੇ ਉਹਦਾ ਹਿਰਦਾ ਸਚਿਆਰ ਨਹੀਂ ਹੋ ਸਕਦਾ, ਅੰਦਰੋਂ ਕੂੜ ਦੀ ਕੰਧ ਨਹੀਂ ਡਿੱਗ ਸਕਦੀ। ਜੇ ਕੇਵਲ ਇਸ਼ਨਾਨ ਕਰਨ ਨਾਲ ਮੁਕਤ ਪ੍ਰਾਪਤ ਹੁੰਦੀ ਹੋਵੇ ਤੇ ਫਿਰ ਬਾਣੀ ਵਿੱਚ ਸਤਿਗੁਰਾਂ ਜੀ ਦੇ ਸ਼ਬਦ ਨੇ, ਜਲ ਕੇ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ। ਕਿ ਜੇ ਜਲ ਵਿੱਚ ਇਸ਼ਨਾਨ ਕਰਨ ਨਾਲ ਹਿਰਦਾ ਸਚਿਆਰ ਹੋ ਸਕਦਾ ਹੈ ਤੇ ਫਿਰ ਡੱਡੂ ਜਿਹੜਾ ਉਹ ਸਦਾ ਹੀ ਜਲ 'ਚ ਰਹਿੰਦਾ ਹੈ, ਉਹਦਾ ਸਭ ਤੋਂ ਪਹਿਲਾਂ ਹਿਰਦਾ ਸਚਿਆਰ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਇਹ ਉਪਦੇਸ਼ ਬਖਸ਼ਿਆ ਕਿ ਕੇਵਲ ਜਿਹੜੇ ਬਾਹਰਲੇ ਕਰਮ ਹਨ ਦਿਖਾਵੇ ਮਾਤਰ, ਉਹਨਾਂ ਦੇ ਨਾਲ ਮਨ ਦੇ ਉੱਤੇ ਅਸਰ ਨਹੀਂ ਪੈਂਦਾ। ਮਨ ਜਿਹੜਾ ਹੈ ਇਹਨਾਂ ਕਰਮਾਂ ਨਾਲ ਵਿੰਨਿਆ ਨਹੀਂ ਜਾਂਦਾ। ਪਰ ਇਹ ਕਰਮ ਕਰਨੇ ਵੀ ਸਤਿਗੁਰਾਂ ਜੀ ਨੇ ਸਾਨੂੰ, ਜਿੱਥੇ ਨਾਮ ਜਪਣ ਨਾਲ ਸਤਿਗੁਰਾਂ ਜੀ ਨੇ ਮਨ ਦੀ ਮੈਲ ਲੱਥਦੀ ਹੈ, ਇਹ ਸਤਿਗੁਰਾਂ ਜੀ ਨੇ ਆਖਿਆ। ਉੱਥੇ ਨਾਲ ਮਹਾਰਾਜ ਜੀ ਨੇ ਸਾਨੂੰ ਇਸ਼ਨਾਨ ਕਰਨ ਦੀ ਵੀ ਆਗਿਆ ਕੀਤੀ ਹੈ, ਨਾਮ ਦਾਨ ਇਸ਼ਨਾਨ। ਤੇ ਇਸ ਕਰਕੇ ਜਿਹੜਾ ਕੇਵਲ ਕਹੇ ਕਿ ਸੁੱਚ ਪਵਿੱਤਰਤਾ ਹੀ ਰੱਖਣ ਨਾਲ ਹੋਰ ਕੋਈ ਸਾਧਨ ਕਰਨ ਦੀ ਲੋੜ ਨਹੀਂ, ਇਹ ਸਾਧਨ ਇੱਕ ਅੰਗ ਹੈ। ਸੰਪੂਰਨ ਤੌਰ ਤੇ ਜੇ ਕਹੇ ਕੋਈ ਕਿ ਸੁੱਚਮਤਾ ਦੇ ਨਾਲ ਮੈਨੂੰ ਪ੍ਰਾਪਤੀ ਹੋ ਜਾਵੇਗੀ, ਉਹ ਸਤਿਗੁਰੂ ਜੀ ਖੰਡਨ ਕਰਦੇ ਆ ਕਿ ਨਹੀਂ, ਸਰੀਰ ਦੀ ਸੁੱਚਮਤਾ ਦੇ ਨਾਲ ਮਨ ਜਿਹੜਾ ਹੈ ਉਹ ਸੁੱਚਮਤਾ ਦੇ ਸਹਿਤ ਨਹੀਂ ਹੁੰਦਾ, ਮਨ ਸਚਿਆਰ ਨਹੀਂ ਹੁੰਦਾ। ਪਰ ਜਿਹੜੇ ਸਾਧੂ ਮਹਾਤਮਾ ਨੇ ਉਹ ਆਪਣੇ ਮਨ ਨੂੰ ਵੀ ਜਿਸ ਤਰ੍ਹਾਂ ਸੁੱਚਿਆਂ ਰੱਖਦੇ ਆ ਭਜਨ ਬੰਦਗੀ ਨਾਲ, ਤੇ ਸਰੀਰ ਨੂੰ ਵੀ ਉਹ ਸੁੱਚਿਆਂ ਰੱਖਦੇ ਆ ਜਲ ਆਦਿਕ ਦੇ ਨਾਲ। ਫਿਰ ਸਿੱਧਾਂ ਨੇ ਦੂਸਰਾ ਮਹਾਰਾਜ ਜੀ ਨੂੰ ਸਾਧਨ ਦੱਸਿਆ ਸੀ, ਮੌਨ ਰੱਖਣ ਨਾਲ ਜੀਵ ਦਾ ਹਿਰਦਾ ਸਚਿਆਰ ਹੋ ਸਕਦਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਮੁਖ ਤੋਂ ਜ਼ੁਬਾਨ ਤੋਂ ਬੋਲ ਨਾ ਬੋਲੇ, ਪਰ ਮਨ ਜਿਹੜਾ ਹੈ ਨਾ ਉਹ ਬੋਲਣੋਂ ਨਹੀਂ ਟਲਦਾ। ਭਾਵ ਮਨ ਦੇ ਫੁਰਨੇ, ਮਨ ਦੇ ਸੰਕਲਪ, ਮਨ ਦੀਆਂ ਵਾਸ਼ਨਾਵਾਂ, ਉਹ ਉਹਨਾਂ ਦਾ ਵੇਗ, ਇੱਕ ਰਸ ਜਿਹੜਾ ਹੈ ਨਾ ਉਹ ਚੱਲਦਾ ਰਹਿੰਦਾ ਹੈ। ਤੇ ਬਾਹਰੋਂ ਫਿਰ ਮੌਨ ਧਾਰਨ ਦੇ ਨਾਲ ਮਨ ਕਿਵੇਂ ਸਚਿਆਰ ਹੋ ਸਕਦਾ ਹੈ। ਫਿਰ ਇਹ ਮੌਨ ਵੀ ਜਿਹੜਾ ਹੈ ਇੱਕ ਗੁੰਗ ਮੌਨ ਮੰਨਿਆ ਜਾਂਦਾ, ਇੱਕ ਜੜ ਮੌਨ ਮੰਨਿਆ ਜਾਂਦਾ, ਫਿਰ ਇੱਕ ਕਾਸ਼ਟ ਮੌਨ ਮੰਨਿਆ ਜਾਂਦਾ, ਇੱਕ ਗਿਆਨ ਮੌਨ ਮੰਨਿਆ ਜਾਂਦਾ ਹੈ। ਜਿਹੜਾ ਗੁੰਗ ਮੌਨ ਹੁੰਦਾ ਉਹ ਤਾਂ ਜਿਵੇਂ ਗੂੰਗੇ ਹੁੰਦੇ ਆ, ਜਨਮ ਤੋਂ ਹੀ ਬੋਲ ਨਹੀਂ ਸਕਦੇ, ਤੇ ਉਹਨੂੰ ਗੁੰਗ ਮੌਨ ਕਿਹਾ ਜਾਂਦਾ। ਭਾਵ ਮੌਨ ਨੇ ਬੋਲਣ ਵੱਲੋਂ ਚੁੱਪ ਨੇ, ਬੋਲਿਆ ਹੀ ਨਹੀਂ ਜਾਂਦਾ, ਗੂੰਗੇ ਨੇ। ਤੇ ਇੱਕ ਕਾਸ਼ਟ ਮੌਨ ਹੈ, ਭਾਵ ਜਿਹੜਾ ਜਿਵੇਂ ਲੱਕੜ ਵਾ, ਉਹ ਲੱਕੜ ਦੀ ਤਰ੍ਹਾਂ ਹੱਠ ਕਰਕੇ ਜਿਹੜਾ ਹੈ ਉਹ ਮੌਨ ਧਾਰਨ ਲੈਣਾ ਤੇ ਬੋਲਣਾ ਨਾ ਆਪਣੇ ਮੁਖ ਤੋਂ, ਪਰ ਮਨ ਦੇ ਸੰਕਲਪ ਤਾਂ ਨਹੀਂ ਨਾ ਰੁਕਣੇ। ਫਿਰ ਜਿਹੜਾ ਹੈ ਜੜ ਮੌਨ, ਭਾਵ ਮੂਰਖਤਾ ਹੀ
ਦੇ ਸਹਿਤ ਕੋਈ ਗੱਲ ਨਾ ਆਉਣੀ ਤੇ ਫਿਰ ਚੁੱਪ ਕਰ ਜਾਣਾ, ਇਹਨੂੰ ਜੜ ਮੌਨ ਕਹਿੰਦੇ ਆ। ਤੇ ਫਿਰ ਜਿਹੜਾ ਗਿਆਨ ਮੌਨ ਹੈ ਕਿ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਨੂੰ ਵੇਖ ਕਰਕੇ ਤੇ ਫਿਰ ਚੁੱਪ ਧਾਰ ਲੈਣੀ, ਤੇ ਇਹਨੂੰ ਗਿਆਨ ਮੌਨ ਕਹਿੰਦੇ ਆ। ਇਹ ਜਿਹੜਾ ਗਿਆਨ ਮੌਨ ਹੈ ਇਹ ਰੱਬ ਦੇ ਪਿਆਰੇ ਧਾਰਨ ਕਰਦੇ ਆ, ਸਭ ਦੇ ਅੰਦਰ ਵਾਹਿਗੁਰੂ ਦੀ ਜੋਤ ਵੇਖ ਕੇ, ਤੇ ਉਹਨਾਂ ਦਾ ਫਿਰ ਅੰਦਰੋਂ ਮਨ ਵੀ ਜਿਹੜਾ ਨਾ ਉਹ ਫੁਰਨਿਆਂ ਤੋਂ ਰੁਕ ਜਾਂਦਾ, ਚੁੱਪ ਹੋ ਜਾਂਦਾ ਹੈ। ਪਰ ਜੇ ਕੇਵਲ ਬਾਹਰੋਂ ਚੁੱਪ ਧਾਰ ਲਵੇ ਤੇ ਫਿਰ ਉਹਦੇ ਨਾਲ ਮਨ ਦੇ ਸੰਕਲਪ ਜਿਹੜੇ ਆ ਉਹ ਨਹੀਂ ਰੁਕਦੇ। ਮਹਾਰਾਜ ਨੇ ਕਿਹਾ ਜੇ ਲਾਏ ਰਹਾ ਲਿਵਤਾਰ, ਲਿਵਤਾਰ ਭਾਵ ਇੱਕ ਤੇਲ ਧਾਰਾ ਦੀ ਤਰ੍ਹਾਂ ਪਾਰ ਬੱਝਵੀਂ ਇੱਕ ਰਸ ਜਿਹੜੀ ਆ ਉਹ ਮੌਨ ਧਾਰ ਛੱਡੇ ਤੇ ਤਾਂ ਕਿ ਉਹਦੇ ਅੰਦਰ ਸ਼ਾਂਤੀ ਪ੍ਰਗਟ ਹੋ ਜਾਂਦੀ ਹੈ, ਨਹੀਂ ਮਨ ਵਿਕਾਰਾਂ ਤੋਂ ਸ਼ਾਂਤ ਨਹੀਂ ਹੁੰਦਾ। ਫਿਰ ਸਿੱਧਾਂ ਨੇ ਮਹਾਰਾਜ ਜੀ ਨੂੰ ਤੀਸਰਾ ਸਾਧਨ ਦੱਸਿਆ, ਜਿਵੇਂ ਵਰਤ ਆਦਿਕ ਰੱਖ ਕੇ ਜਿਹੜਾ ਹੈ ਉਹ ਸਾਧਨ ਮੰਨੇ ਜਾਂਦੇ, ਜਿਵੇਂ ਮੁਸਲਮਾਨਾਂ ਵਿੱਚ ਰੋਜ਼ੇ ਰੱਖੇ ਜਾਂਦੇ ਆ, ਤੇ ਜਿਹੜਾ ਹੈ ਸਨਾਤਨੀ ਮਤ ਦੇ ਅੰਦਰ ਉਹ ਕਈ ਤਰ੍ਹਾਂ ਦੇ ਵਰਤ ਹੈ, ਕੋਈ ਇਕਾਦਸ਼ੀ ਦਾ ਵਰਤ ਹੈ, ਤੇ ਕੋਈ ਜਿਹੜਾ ਹੈ ਜਨਮ ਅਸ਼ਟਮੀ ਦਾ ਵਰਤ ਰੱਖਦੇ ਆ, ਤੇ ਕੋਈ ਕਰਵਾ ਚੌਥ ਦਾ ਵਰਤ ਰੱਖਦੇ ਆ। ਤੇ ਉਹਨਾਂ ਨੇ ਫਿਰ ਸਤਿਗੁਰੂ ਜੀ ਨੇ ਕਿਹਾ ਕਿ ਜਿਹੜਾ ਸਾਡਾ ਤੀਸਰਾ ਸਾਧਨ ਹੈ, ਜੀਵ ਨੂੰ ਵਰਤ ਆਦਿਕ ਰਖਾ ਕਰਕੇ ਜਿਹੜੇ ਆ ਨਾ ਉਹਦੇ ਹਿਰਦੇ ਨੂੰ ਅਸੀਂ ਸਚਿਆਰ ਕਰ ਸਕਦੇ ਹਾਂ। ਫਿਰ ਮਹਾਰਾਜ ਜੀ ਨੇ ਕਿਹਾ ਸੀ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਮਹਾਰਾਜ ਕਹਿੰਦੇ ਜਿਹੜੇ ਭੁੱਖਾ ਪੁਰਸ਼ ਵਾ ਨਾ ਉਹਦੀ ਭੁੱਖ ਨਹੀਂ ਕਦੇ ਵੀ ਉਤਰਦੀ। ਜੇ ਕਰਕੇ ਕਿੰਨਾ ਵੀ ਮਹਾਰਾਜ ਕਹਿੰਦੇ ਭਾਈ ਭਾਰ ਜਿਹੜਾ ਹੈ ਨਾ ਉਹਦੇ ਨਾਲ ਭਾਵ ਬੰਨ੍ਹ ਦਈਏ, ਭਾਵ ਜਿਹੜਾ ਤ੍ਰਿਸ਼ਨਾਲੂ ਹੁੰਦਾ ਹੈ ਇਹ ਸਮਝਣਾ ਕਿ ਉਹਨੂੰ ਕਿੰਨੇ ਪਦਾਰਥ ਦੇ ਦਿਓ, ਕਿੰਨਾ ਜਿਹੜਾ ਹੈ ਭਾਵੇਂ ਧਰਤੀ ਦਾ ਰਾਜ ਦੇ ਦਿਓ, ਜਿਹੜਾ ਤ੍ਰਿਸ਼ਨਾਲੂ ਹੈ ਉਹਨੂੰ ਸਮੇਰ ਪਰਬਤ ਵੀ ਕੱਖ ਵਰਗਾ ਛੋਟਾ ਜਿਹਾ ਪ੍ਰਤੀਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਵਰਤ ਆਦਿਕ ਰੱਖਣ ਨਾਲ ਵੀ ਜਿਹੜਾ ਹੈ ਜੀਵ ਦਾ ਹਿਰਦਾ ਸਚਿਆਰ ਨਹੀਂ ਹੋ ਸਕਦਾ, ਕਿਉਂਕਿ ਇਹ ਇੱਕ ਜਿਹੜਾ ਹੈ ਹੱਠ ਵਾਲਾ ਸਾਧਨ ਹੈ। ਜੇਕਰ ਕਿ ਭੁੱਖਾ ਰਹੇ ਤੇ ਸਰੀਰ ਦੇ ਵਿੱਚ ਵੀ ਬਹੁਤ ਜ਼ਿਆਦੀਆਂ ਭੁੱਖੇ ਰਹਿਣ ਨਾਲ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ, ਤੇ ਇਸ ਹੱਠ ਕਰਕੇ ਵਾਹਿਗੁਰੂ ਜੀ ਨਹੀਂ ਪ੍ਰਾਪਤ ਹੁੰਦੇ। ਮਹਾਰਾਜ ਜੀ ਨੇ ਸਗੋਂ ਇਹ ਸ਼ਬਦ ਕਹੇ ਹੈ, ਛੁੱਡ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਨ ਨਾ ਹੋਏ ਰੰਡ। ਇਹ ਸਤਿਗੁਰੂ ਜੀ ਨੇ ਬੜੇ ਸਖਤ ਸ਼ਬਦ ਕਹੇ ਆ ਕਿ ਭੁੱਖਿਆਂ ਰਹਿਣ ਨਾਲ ਵਾਹਿਗੁਰੂ ਨਹੀਂ ਪ੍ਰਾਪਤ ਹੁੰਦੇ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸਿੱਧੋ ਚਾਹੇ ਜਿਹੜਾ ਤ੍ਰਿਸ਼ਨਾਲੂ ਪੁਰਖ ਵਾ ਉਹਨੂੰ ਸਾਰੇ ਸੰਸਾਰ ਦੇ ਪਦਾਰਥ ਦੇ ਦਿਓ, ਉਹਦੀ ਤ੍ਰਿਪਤੀ ਨਹੀਂ ਕਦੇ ਹੁੰਦੀ, ਕਦੇ ਉਹਦਾ ਮਨ ਜਿਹੜਾ ਰੱਜਦਾ ਨਹੀਂ। ਤੇ ਵਰਤ ਰੱਖਣ ਦੇ ਨਾਲ ਭੁੱਖਿਆਂ ਰਹਿਣ ਦੇ ਨਾਲ ਜੀਵ ਦਾ ਹਿਰਦਾ ਕਿਵੇਂ ਸਚਿਆਰ ਹੋ ਸਕਦਾ ਹੈ, ਇਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਸੀ ਨਾ ਸਿੱਧਾਂ ਦਾ ਸਾਧਨ ਕਿ ਵਰਤ ਆਦਿਕ ਰੱਖਣ ਨਾਲ ਹਿਰਦਾ ਸਚਿਆਰ ਹੋ ਸਕਦਾ, ਉਹਦਾ ਸਤਿਗੁਰੂ ਜੀ ਨੇ ਖੰਡਨ ਕੀਤਾ। ਤੇ ਫਿਰ ਕਹਿਣ ਲੱਗੇ ਕਿ ਮਹਾਰਾਜ ਸਾਡੇ ਕੋਲ ਇੱਕ ਹੋਰ ਸਾਧਨ ਹੈਗਾ ਚੌਥਾ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਕਿ ਜਿਹੜੇ 4 ਵੇਦ ਹੈ, 6 ਸ਼ਾਸਤਰ ਨੇ, 18 ਪੁਰਾਣ ਨੇ, ਇਹਨਾਂ ਦੀ ਵਿੱਦਿਆ ਪੜ੍ਹਾ ਕਰਕੇ ਜੀਵ ਨੂੰ ਜਿਹੜੀ ਹੈ ਸਿਆਣਪ ਪ੍ਰਾਪਤ ਹੁੰਦੀ ਹੈ। ਇਹ ਵਿੱਦਿਆ ਦੇ ਕਰਕੇ ਸਿਆਣਪ ਦੇ ਨਾਲ ਜਿਹੜਾ ਹੈ ਜੀਵ ਉਹਦਾ ਹਿਰਦਾ ਸਚਿਆਰ ਹੋ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਮਹਾਰਾਜ ਕਹਿੰਦੇ ਭਾਵੇਂ ਜਿਹੜੀਆਂ ਹਜ਼ਾਰਾਂ ਹੀ ਲੱਖਾਂ ਹੀ ਸਿਆਣਪਾਂ ਜਿਹੜੀਆਂ ਹਨ ਨਾ ਉਹ ਮਹਾਰਾਜ ਕਹਿੰਦੇ ਕਿਉਂ ਨਾ ਜੀਵ ਦੇ ਕੋਲ ਹੋਣ, ਪਰ ਜਿਹੜੀ ਹੈ ਨਾ ਉਹ ਕੋਈ ਵੀ ਸਿਆਣਪ ਕੋਈ ਸਮਝ ਜੀਵ ਦੇ ਨਾਲ ਨਹੀਂ ਚੱਲਦੀ ਅੰਤ ਦੇ ਵੇਲੇ, ਕਿਉਂਕਿ ਮਹਾਰਾਜ ਨੇ ਕਿਹਾ ਬਹੁਤ ਸਿਆਣਪ ਜਮ ਕਾ ਭਉ ਵਿਆਪੈ।
ਬਹੁਤਾ ਸਿਆਣਾ ਵੀ ਹੋਵੇ ਪਰ ਜਮਾਂ ਦਾ ਭੈ ਮੌਤ ਦਾ ਡਰ ਜਿਹੜਾ ਨਾ ਉਹ ਅੰਦਰੋਂ ਨਾਸ਼ ਨਹੀਂ ਹੁੰਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇੱਕ ਵੀ ਸਿਆਣਪ ਜਿਹੜੀ ਹੈ ਉਹ ਉਸਦੇ ਜਿਹੜੀ ਚਤੁਰਾਈ ਵਾਹਿਗੁਰੂ ਦੇ ਦਰ ਤੱਕ ਨਾਲ ਨਹੀਂ ਚੱਲਦੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਸ ਕਰਕੇ ਸਿਆਣਪਾਂ ਦੇ ਨਾਲ ਚਤੁਰਾਈਆਂ ਦੇ ਨਾਲ ਵਾਹਿਗੁਰੂ ਜੀ ਨੂੰ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਕਹੇ ਹੈ, ਸਹਿਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ, ਜਨ ਨਾਨਕ ਗੁਰਮੁਖ ਜਾਤਾ ਰਾਮ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਹਜ਼ਾਰਾਂ ਹੀ ਸਿਆਣਪਾਂ ਹੋਣ ਤਾਂ ਮੇਰਾ ਵਾਹਿਗੁਰੂ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਨੇ ਕਿਹਾ ਜਨ ਨਾਨਕ ਗੁਰਮੁਖ ਜਾਤਾ ਰਾਮ। ਜਨਾਂ ਨੇ ਗੁਰਮੁਖਤਾਈ ਨੂੰ ਧਾਰਨ ਕਰਕੇ ਮੁਖੀ ਗੁਰੂ ਜੀ ਤੋਂ ਗਿਆਨ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਜਿਹੜਾ ਹੈ ਉਹ ਪਾਇਆ ਹੈ। ਹਿਰਦਾ ਜਿਹੜਾ ਹੈ ਉਹ ਜੀਵਾਂ ਦਾ ਸਚਿਆਰ ਹੁੰਦਾ ਹੈ। ਫਿਰ ਜਦੋਂ ਸਤਿਗੁਰਾਂ ਜੀ ਨੇ ਇਹਨਾਂ ਦੇ ਜਿਹੜੇ ਸਾਰੇ ਸਾਧਨ ਸੀ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸਿਆ ਕਿ ਨਿਸਫਲ ਹਨ, ਜੀਵ ਦਾ ਹਿਰਦਾ ਸਚਿਆਰ ਨਹੀਂ ਹੋ ਸਕਦਾ। ਫਿਰ ਇਹਨਾਂ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ ਕਿ ਕਿਵ ਸਚਿਆਰਾ ਹੋਈ ਹੈ। ਮਹਾਰਾਜ ਤੁਸੀਂ ਦੱਸੋ ਫਿਰ ਕਿਵੇਂ ਜੀਵ ਦਾ ਜਿਹੜਾ ਹਿਰਦਾ ਉਹ ਸਚਿਆਰ ਹੋ ਸਕਦਾ ਹੈ। ਕਿਵ ਕੂੜਾ ਟੁੱਟਾ ਪਾਲ, ਕਿਸ ਤਰ੍ਹਾਂ ਜਿਹੜੀ ਹੈ ਝੂਠ ਦੀ ਕੰਧ ਜਿਹੜੀ ਆ ਉਹ ਜੀਵ ਦੇ ਅੰਦਰੋਂ ਟੁੱਟ ਸਕਦੀ ਹੈ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਹ ਬਖਸ਼ਿਸ਼ ਕੀਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਮਹਾਰਾਜ ਜੀ ਨੇ ਉੱਤਰ ਦਿੱਤਾ ਪੌੜੀ ਸੰਪੂਰਨ ਕਰਦਿਆਂ ਕਿ ਜੋ ਰਜਾ ਦਾ ਮਾਲਕ ਹੈ ਨਾ ਪਰਮੇਸ਼ਰ, ਉਹਦੇ ਹੁਕਮ ਵਿੱਚ ਚੱਲਣ ਨਾਲ, ਹੁਕਮੀ ਦੇ ਹੁਕਮ ਵਿੱਚ ਚੱਲਣ ਦੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੀਵ ਦਾ ਹਿਰਦਾ ਸਿੱਧੋ ਸਚਿਆਰ ਹੋ ਸਕਦਾ ਹੈ ਤੇ ਉਹਦੇ ਅੰਦਰੋਂ ਝੂਠ ਦੀ ਕੰਧ ਜਿਹੜੀ ਹੈ ਉਹ ਡਿੱਗ ਸਕਦੀ ਹੈ, ਨਾਸ਼ ਹੋ ਸਕਦੀ ਹੈ, ਜੇ ਕਰਕੇ ਹੁਕਮੀ ਦੇ ਹੁਕਮ ਨੂੰ ਪਛਾਨਣਾ ਕਰੇ, ਉਹਦੀ ਰਜਾ ਵਿੱਚ ਚੱਲਣਾ ਕਰੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੀਵ ਦਾ ਹਿਰਦਾ ਅੰਦਰੋਂ ਸਚਿਆਰ ਹੋ ਸਕਦਾ ਹੈ। ਬਾਹਰਲੇ ਕੀਤੇ ਸਾਧਨ ਵੀ ਸਾਰੇ ਫਿਰ ਸਫਲੇ ਹੋ ਜਾਂਦੇ ਆ। ਜਿਨ੍ਹਾਂ ਨੇ ਵਾਹਿਗੁਰੂ ਨਾਲ ਪ੍ਰੀਤ ਕੀਤੀ ਹੈ ਨਾ, ਉਹਨਾਂ ਦਾ ਇਸ਼ਨਾਨ ਵੀ ਕੀਤਾ ਸਫਲ ਹੈ, ਉਹਨਾਂ ਦੀਆਂ ਪੜ੍ਹਾਈਆਂ ਕੀਤੀਆਂ ਵੀ ਸਫਲੀਆਂ। ਤੇ ਹੋਰ ਵੀ ਜਿਹੜੇ ਇਹੋ ਜਿਹੇ ਸਾਧਨ ਮੈਂ ਵਰਤਾਦਿਕ ਰੱਖਣੇ, ਇਹਨਾਂ ਤੋਂ ਤਾਂ ਸਤਿਗੁਰੂ ਜੀ ਨੇ ਬਿਲਕੁਲ ਹੀ ਮਨ੍ਹਾ ਕੀਤਾ ਹੈ। ਤੇ ਜਿਹੜੇ ਸਤਿਗੁਰੂ ਜੀ ਨੇ ਗੁਰਮਤਿ ਅਨੁਸਾਰ ਕਿਹਾ ਕਿ ਅਨੁਕੂਲ ਨਹੀਂ, ਤਾਂ ਉਹਨਾਂ ਸਾਧਨਾਂ ਨੂੰ ਰੱਬ ਦੇ ਪਿਆਰੇ ਜਿਹੜੇ ਪ੍ਰੀਤ ਕਰਦੇ ਪਰਮੇਸ਼ਰ ਨਾਲ, ਉਹ ਫੋਕਟ ਜਾਣ ਕਰਕੇ ਧਾਰਨ ਨਹੀਂ ਕਰਦੇ। ਤੇ ਵਾਹਿਗੁਰੂ ਨਾਲ ਪ੍ਰੇਮ ਜਦੋਂ ਪੈ ਜਾਂਦਾ ਹੈ, ਉਹ ਜੋ ਵੀ ਕਰਦੇ ਆ ਉਹਨਾਂ ਦਾ ਕੀਤਾ ਹੋਇਆ ਸਾਰਾ ਹੀ ਸਫਲਾ ਹੁੰਦਾ ਹੈ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਵਾਹਿਗੁਰੂ ਦੇ ਰਜਾ ਵਿੱਚ, ਉਹਦੇ ਭਾਣੇ ਵਿੱਚ ਜਿਹੜਾ ਚੱਲਣਾ ਚਾਹੀਦਾ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ। ਨਹੀਂ ਤਾਂ ਜੇ ਮਨ ਦੇ ਅੰਦਰ, ਕਿਉਂਕਿ ਮਨ ਕੁਛ ਨਾ ਕੁਛ ਸਦਾ ਹੀ ਬਣ ਕੇ ਬੈਠਾ ਰਹਿੰਦਾ ਹੈ, ਕਦੇ ਤਾਂ ਆਪਣੇ ਆਪ ਵਿੱਚ ਇਹ ਬੜਾ ਭਲਾ ਬਣ ਜਾਂਦਾ ਹੈ ਤੇ ਕਦੇ ਕਬਹੂ ਅਪਕੀਰਤ ਮਹਿਆਵੈ, ਕਬਹੂ ਭਲਾ ਭਲਾ ਕਹਾਵੈ, ਕਦੇ ਤਾਂ ਬੜਾ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਅਪਕੀਰਤ ਮਹਿਆਵੈ, ਕਬਹੂ ਭਲਾ ਭਲਾ ਕਹਾਵੈ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਦੀ ਮਨ ਦੀ ਹਾਲਤ ਇੱਕ ਜੀ ਨਹੀਂ ਰਹਿੰਦੀ, ਕੁਛ ਨਾ ਕੁਛ ਜ਼ਰੂਰ ਇਹ ਆਪਣੇ ਅੰਦਰ ਮਨੌਤ ਜਿਹੜੀ ਆ ਉਹ ਬਣਾ ਕਰਕੇ ਰੱਖਦਾ, ਵਾਹਿਗੁਰੂ ਦੇ ਭਾਣੇ ਵਿੱਚ ਨਹੀਂ ਚੱਲਦਾ, ਜਿਸ ਕਰਕੇ ਕਿ ਅੰਦਰੋਂ ਹਿਰਦਾ ਸਚਿਆਰ ਨਹੀਂ ਹੁੰਦਾ ਤੇ ਝੂਠ ਦੀ ਕੰਧ ਨਹੀਂ ਡਿੱਗਦੀ। ਮਨ ਸਮਝਦਾ ਰਹਿੰਦਾ ਹਮ ਵੱਡ ਕਬ ਕੁਲੀਨ, ਹਮ ਪੰਡਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਇਹ ਬੁੱਧੀ ਹੰਕਾਰ ਵਾਲੀ ਕਦੇ ਨਾਸ਼ ਨਹੀਂ ਹੁੰਦੀ। ਵਾਹਿਗੁਰੂ ਜੀ ਦੇ ਹੁਕਮ ਵਿੱਚ ਮਨ ਨਹੀਂ ਚੱਲਦਾ। ਮਨ ਕਦੇ ਆਪਣੇ ਆਪ ਨੂੰ ਸਮਝਦਾ ਹਮ ਵੱਡ ਕਬ ਕੁਲੀਨ, ਕਿ ਮੈਂ ਬੜਾ ਵੱਡਾ ਵਾਂ, ਬੜੇ ਅਸੀਂ
ਜਿਹੜੀ ਹੈ ਸੁੱਚ ਪਵਿੱਤਰਤਾ ਰੱਖਣ ਵਾਲੇ ਆ। ਮੇਰੀ ਸੋਚ ਜਿਹੜੀ ਹੈ ਵਿਚਾਰ ਉਹ ਵੀ ਬੜੀ ਚੰਗੀ ਹੈ, ਤੇ ਮੈਂ ਜੋਗੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਗ੍ਰਸਤੀ ਹਾਂ, ਮੈਂ ਗਿਆਨੀ ਹਾਂ, ਮੈਂ ਗੁਣਵਾਨ ਹਾਂ, ਮੈਂ ਸੂਰਬੀਰ ਹਾਂ, ਮੈਂ ਦਾਤਾ, ਮੈਂ ਦਾਨ ਬੜਾ ਕਰਦਾ। ਇਹ ਬੁੱਧ ਦਾ ਕਦੇ ਨਾਸ਼ ਹੁੰਦੀ ਨਹੀਂ, ਤੇ ਫਿਰ ਰਜਾ ਵਿੱਚ ਕਿਵੇਂ ਚੱਲੇਗਾ? ਇਸ ਕਰਕੇ ਰਜਾ ਵਿੱਚ ਮਨ ਜਿਹੜਾ ਨਾ ਉਹ ਨਹੀਂ ਚੱਲਦਾ। ਇਸੇ ਕਰਕੇ ਮਹਾਰਾਜ ਕਹਿੰਦੇ ਜਦੋਂ ਤੱਕ ਕੁਛ ਨਾ ਕੁਛ ਬਣਿਆ ਰਹਿੰਦਾ, ਭਾਵੇਂ ਕਿੰਨਾ ਤਪ ਕੀਤਾ ਵਾ, ਤਪੇ ਤਪੀਸਰ ਡੋਲੇ ਚੀਤ, ਚਿੱਤ ਫਿਰ ਵੀ ਡੋਲਦਾ ਹੀ ਰਹਿੰਦਾ ਹੈ। ਜਿਉਂ ਕਿ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲਾ ਸਮਝਦਾ, ਤੇ ਮਹਾਰਾਜ ਨੇ ਕਿਹਾ ਕਰਮ ਕਰਤ ਵਧੇ ਅਹੰਮੇਵ, ਫਿਰ ਹੰਕਾਰ ਜਿਹੜਾ ਹੈ ਉਹ ਵੱਧਦਾ ਰਹਿੰਦਾ, ਜਿਸ ਕਰਕੇ ਕਿ ਵਾਹਿਗੁਰੂ ਜੀ ਦੀ ਰਜਾ ਨੂੰ ਸਮਝ ਨਹੀਂ ਪਾਉਂਦਾ। ਹੁਕਮ ਵਿੱਚ ਜਿਹੜਾ ਹੈ ਉਹਦੇ ਕੋਲੋਂ ਚੱਲਿਆ ਨਹੀਂ ਜਾਂਦਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਜਿੰਨਾ ਚਿਰ ਹੁਕਮ ਨੂੰ ਨਹੀਂ ਬੁੱਝਦਾ ਤੇ ਵਾਹਿਗੁਰੂ ਜੀ ਦੀ ਰਜਾ ਵਿੱਚ ਨਹੀਂ ਚੱਲਦਾ, ਭਾਣੇ ਨੂੰ ਮਿੱਠਾ ਕਰਕੇ ਨਹੀਂ ਮੰਨਦਾ, ਉਹਨਾਂ ਚਿਰ ਅੰਦਰੋਂ ਵਕਾਰ ਔਗਣ ਨਾਸ਼ ਨਹੀਂ ਹੁੰਦੇ, ਹਿਰਦਾ ਸਚਿਆਰ ਨਹੀਂ ਹੁੰਦਾ, ਤੇ ਝੂਠ ਦੀ ਕੰਧ ਜਿਹੜੀ ਆ ਨਾ ਉਹ ਅੰਦਰੋਂ ਨਹੀਂ ਡਿੱਗਦੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਸਿੱਧਾ ਨੇ ਪ੍ਰਸ਼ਨ ਕੀਤਾ, ਮਹਾਰਾਜ ਆਪ ਕਿਰਪਾ ਕਰੋ, ਫਿਰ ਦੱਸੋ ਕਿ ਪਰਮੇਸ਼ਰ ਦਾ ਹੁਕਮ ਕੀ ਹੈ? ਕਿਉਂਕਿ ਸਿੱਧ ਵੀ ਜਿਹੜੇ ਸੀ ਉਹ ਫਿਰ ਦਸਮ ਦਵਾਰ ਵਿੱਚ ਸੁਰਤੀਆਂ ਚੜਾਉਣ ਵਾਲੇ ਤੇ ਬੜੇ ਵਿਦਵਾਨ ਗੁਰੂ ਸਾਹਿਬ ਜੀ ਨੂੰ ਉਹ ਪ੍ਰਸ਼ਨ ਪੁੱਛਦੇ ਆ ਕਿ ਮਹਾਰਾਜ ਫਿਰ ਹੁਕਮ ਦੱਸੋ, ਪਰਮੇਸ਼ਰ ਦਾ ਹੁਕਮ ਕੀ ਹੈ? ਕਿਉਂਕਿ ਸਿੱਧਾਂ ਦੇ ਮਨ ਦੇ ਵਿਚਾਰ ਸੀਗੇ ਕਿ ਜੇ ਪਰਮੇਸ਼ਰ ਦੇ ਹੁਕਮ ਨੂੰ ਆਪਾਂ ਸਮਝ ਲਾਂਗੇ ਤੇ ਹੁਕਮ ਨੂੰ ਸਮਝਣੇ ਕਰਕੇ ਫਿਰ ਹੁਕਮੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿਉਂਕਿ ਜਦੋਂ ਕੋਈ ਮਨੁੱਖ ਬੋਲਦਾ ਨਾ ਤੇ ਉਹਦੇ ਬੋਲਣ ਤੋਂ ਹੀ ਜਿਹੜੇ ਆ ਸਿਆਣੇ ਅੰਦਾਜ਼ਾ ਲਾ ਲੈਂਦੇ ਆ ਕਿ ਇਹ ਆਪ ਕਿੰਨੀ ਕੁ ਤਾਕਤ ਦਾ ਮਾਲਕ ਹੈ, ਇਹਦੇ ਬੋਲ ਕਿਹੋ ਜਿਹੇ ਆ, ਤੇ ਬੋਲਾਂ ਤੋਂ ਹੀ ਉਸ ਦੀ ਤਾਕਤ ਦਾ ਅੰਦਾਜ਼ਾ ਲਾਉਂਦੇ ਆ। ਇਹਨਾਂ ਨੇ ਕਿਹਾ ਮਹਾਰਾਜ ਸਾਨੂੰ ਆਪ ਕਿਰਪਾ ਕਰਕੇ ਦੱਸੋ ਕਿ ਜਿਹੜਾ ਪਰਮੇਸ਼ਰ ਵਾ ਉਹਦਾ ਹੁਕਮ ਕੀ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਜਿਹੜਾ ਇਹ ਜਵਾਬ ਦਿੱਤਾ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੋਂ ਕਿ ਹੁਕਮ ਨਾ ਕਹਿਆ ਜਾਈ। ਮਹਾਰਾਜ ਕਹਿੰਦੇ ਸਿੱਧੋ ਜਿਹੜਾ ਪਰਮੇਸ਼ਰ ਦਾ ਹੁਕਮ ਹੈ ਉਹ ਤਾਂ ਕਹਿਆ ਨਹੀਂ ਜਾ ਸਕਦਾ, ਕਿਉਂਕਿ ਸਿੱਧ ਇਹ ਸੋਚਦੇ ਸੀ ਕਿ ਹੁਕਮ ਮਹਾਰਾਜ ਦੱਸਣਗੇ ਤੇ ਆਪਾਂ ਹੁਕਮੀ ਦਾ ਅੰਦਾਜ਼ਾ ਲਾ ਲਾਂਗੇ, ਵੀ ਭਾਵ ਪਰਮੇਸ਼ਰ ਦਾ ਅੰਦਾਜ਼ਾ ਲਾਵਾਂਗੇ ਸ਼ਕਤੀ ਦਾ, ਜਿਹਦੀ ਬਾਬਤ ਗੁਰੂ ਸਾਹਿਬ ਜੀ ਕਹਿ ਰਹੇ ਆ। ਫਿਰ ਸੱਚੇ ਪਾਤਸ਼ਾਹ ਨੇ ਕਿਹਾ ਹੁਕਮ ਤਾਂ ਕਿਹਾ ਨਹੀਂ ਜਾ ਸਕਦਾ। ਕਹਿਣ ਲੱਗੇ ਮਹਾਰਾਜ ਫਿਰ ਸਾਨੂੰ ਕਿਵੇਂ ਪਤਾ ਲੱਗੇਗਾ? ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਹੁਕਮ ਦੀ ਬਾਬਤ ਜਿਹੜਾ ਹੈ ਉਹ ਕੁਝ ਤਾਂ ਦੱਸੋ ਜੋ ਦੱਸਣ ਵਿੱਚ ਆਉਂਦਾ ਹੈ। ਤੇ ਫਿਰ ਸਤਿਗੁਰੂ ਜੀ ਨੇ ਹੁਕਮ ਵਾਲੀ ਪੌੜੀ ਜਿਹੜੀ ਸੀ ਮਹਾਰਾਜ ਜੀ ਨੇ ਉਚਾਰਨ ਕੀਤੀ। ਮਹਾਰਾਜ ਜੀ ਨੇ ਫਰਮਾਨ ਕੀਤਾ ਹੁਕਮੀ ਹੋਵਨ ਆਕਾਰ। ਜਿੰਨਾ ਵੀ ਸਤਿਗੁਰੂ ਜੀ ਕਹਿੰਦੇ ਇਹ ਆਕਾਰ ਦਿਸ ਰਿਹਾ ਹੈ ਸਾਰੀ ਕਾਇਨਾਤ ਦਾ ਪ੍ਰਤੱਖ ਰੂਪ ਵਿੱਚ ਜੋ ਵੀ ਕਰਤੱਵ ਹੋ ਰਹੇ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਚਾਹੇ ਉਹ ਦਿਸਣ ਵਾਲਾ ਸੰਸਾਰ ਹੈ ਚਾਹੇ ਅਦ੍ਰਿਸ਼ ਸੰਸਾਰ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੋ ਪਦਾਰਥ ਨੇ ਜੋ ਕੁਝ ਵੀ ਇਹ ਕਾਇਨਾਤ ਦੇ ਅੰਦਰ ਸਾਨੂੰ ਜਿਹੜਾ ਹੈ ਉਹ ਠੋਸ ਰੂਪ ਵਿੱਚ ਜੋ ਦਿਸ ਰਿਹਾ ਹੈ ਉਹ ਸਾਰਾ ਵਾਹਿਗੁਰੂ ਤੋਂ ਹੀ ਆਕਾਰ ਜਿਹੜਾ ਉਹਦੇ ਹੁਕਮ ਵਿੱਚ ਹੀ ਪੈਦਾ ਹੋਇਆ ਹੈ। ਤੇ ਪਰ ਮਹਾਰਾਜ ਜੀ ਨੇ ਨਾਲ ਹੀ ਕਿਹਾ ਹੁਕਮ ਨਾ ਕਹਿਆ ਜਾਈ। ਜਦੋਂ ਉਸ ਪਰਮੇਸ਼ਰ ਦੇ ਹੁਕਮ ਨੂੰ ਜਿਹੜਾ ਹੈ ਉਹ ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਸੰਪੂਰਨ ਤੌਰ ਤੇ ਕੀਤਾ ਜਾ ਸਕਦਾ ਕਿ ਉਹਦਾ ਹੁਕਮ ਕਿੱਡਾ ਕੁ ਵੱਡਾ ਹੈ। ਫਿਰ ਸਤਿਗੁਰੂ ਜੀ ਨੇ ਜੋ ਉਹਨਾਂ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਸਾਨੂੰ ਕਿਰਪਾ ਕਰਕੇ ਕੁਝ ਤਾਂ ਦੱਸੋ, ਤੇ ਫਿਰ ਮਹਾਰਾਜ ਜੀ ਨੇ ਆਖਿਆ ਸੀ ਹੁਕਮੀ ਹੋਵਨ ਜੀ। ਜਿੰਨੇ ਵੀ ਜੀਵ ਜੰਤੂ ਹਨ ਸੂਖਸ਼ਮ ਤੇ ਸਥੂਲ ਵਾਹਿਗੁਰੂ ਦੇ ਹੁਕਮ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਪੈਦਾ ਹੋ ਰਹੇ ਆ। ਇਸ ਪ੍ਰਕਾਰ ਜਿੰਨੇ ਵੀ ਜੀਆਂ ਨੂੰ ਵਡਿਆਈ ਮਿਲਦੀ ਹੈ ਵਾਹਿਗੁਰੂ ਜੀ ਦੇ ਫਿਰ ਮਹਾਰਾਜ ਕਹਿੰਦੇ ਹੁਕਮ ਮਿਲੈ ਵਡਿਆਈ।
ਹੁਕਮ ਦੇ ਵਿੱਚ ਹੀ ਵਡਿਆਈ ਪ੍ਰਾਪਤ ਹੁੰਦੀ ਹੈ। ਜੇ ਕੋਈ ਜੀਵ ਸੰਸਾਰ ਦੇ ਅੰਦਰ ਬੜਾ ਮਹਾਨ ਹੈ, ਬੜੀ ਉਸਦੀ ਉਸਤਤ ਹੁੰਦੀ ਹੈ, ਬੜੀ ਉਸਦੀ ਵਡਿਆਈ ਕਰਦੇ ਆ, ਮਹਾਰਾਜ ਕਹਿੰਦੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਜੀਆਂ ਨੂੰ ਜਿਹੜੀ ਹੈ ਨਾ ਉਹ ਵਡਿਆਈ ਪ੍ਰਾਪਤ ਹੁੰਦੀ ਹੈ। ਹੁਕਮੀ ਉੱਤਮ ਨੀਚ, ਜਿੰਨੇ ਵੀ ਉੱਤਮ ਪੁਰਖ ਹਨ ਵਾਹਿਗੁਰੂ ਦੇ ਹੁਕਮ ਨਾਲ ਹੀ, ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਹੀ ਜਿਹੜੇ ਉੱਤਮ ਪੁਰਖ ਹਨ ਸੰਸਾਰ ਦੇ ਅੰਦਰ, ਜਿਨ੍ਹਾਂ ਕੋਲ ਵਿਦਿਆ ਦਾ ਗਿਆਨ ਹੈ, ਜਿਨ੍ਹਾਂ ਕੋਲ ਸੰਸਾਰ ਦੇ ਪਦਾਰਥ ਹਨ ਅਤੇ ਬਹੁਤ ਸੁਖੀ ਜੀਵਨ ਹੈ, ਬੁੱਧੀ ਕਰਕੇ ਉੱਤਮ ਨੇ, ਸਰੀਰ ਕਰਕੇ ਉੱਤਮ ਨੇ, ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਜਿਹੜੇ ਹਨ ਉੱਤਮ ਜੀਵ ਅਤੇ ਜਿਹੜੇ ਨੀਚ ਕਰਮਾਂ ਨੂੰ ਕਰਦੇ ਆ, ਨਖਿੱਧ ਕਰਮਾਂ ਨੂੰ ਕਰਦੇ ਆ, ਵਾਹਿਗੁਰੂ ਦੇ ਹੁਕਮ ਵਿੱਚ ਹੀ ਇਹ ਜੀਵ ਜਿਹੜੇ ਆ ਪੈਦਾ ਹੁੰਦੇ ਆ। ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਵਾਹਿਗੁਰੂ ਦੇ ਹੁਕਮ ਵਿੱਚ ਹੀ ਲਿਖਿਆ ਹੋਇਆ ਜੀਵ ਨੂੰ ਦੁੱਖ ਅਤੇ ਸੁੱਖ ਇਸ ਸੰਸਾਰ ਦੇ ਅੰਦਰ ਪ੍ਰਾਪਤ ਹੁੰਦਾ ਹੈ। ਜੀਵ ਪਾਉਂਦੇ ਹਨ ਆ ਕਰਕੇ ਮਸਤਕ ਦੇ ਉੱਤੇ ਲਿਖੇ ਹੋਏ ਲੇਖਾਂ ਦੇ ਮੁਤਾਬਕ ਜੋ ਵਾਹਿਗੁਰੂ ਜੀ ਨੇ ਹੁਕਮ ਰੂਪੀ ਕਲਮ ਫੇਰ ਦਿੱਤੀ ਹੈ, ਉਸ ਹੁਕਮ ਦੇ ਮੁਤਾਬਕ ਹੀ ਜੀਵ ਨੂੰ ਸੰਸਾਰ ਦੇ ਅੰਦਰ ਜਿਹੜੇ ਆ ਦੁੱਖ ਭੋਗਣੇ ਪੈਂਦੇ ਆ। ਤੇ ਜਦੋਂ ਉਹਨਾਂ ਦੁੱਖਾਂ ਦੇ ਕੱਟਣ ਦਾ ਸਮਾਂ ਆ ਜਾਂਦਾ ਹੈ ਤੇ ਵਾਹਿਗੁਰੂ ਜੀ ਦੀ ਲਿਖੇ ਹੋਏ ਲੇਖ ਮੁਤਾਬਕ ਹੀ ਜੀਆਂ ਨੂੰ ਜਿਹੜੇ ਆ ਸੁੱਖ ਉਹ ਪ੍ਰਾਪਤ ਹੁੰਦੇ ਆ। ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਜੀਵ ਦੁੱਖ ਤੇ ਸੁੱਖ ਭੋਗਦੇ ਹਨ। ਇਕ ਨਾ ਹੁਕਮੀ ਬਖਸ਼ੀਸ, ਇਕ ਨਾ ਦੇ ਹੁਕਮ ਦੇ ਅੰਦਰ ਹੀ ਜਿਹੜੀ ਹੈ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਨਾਮ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਸੰਸਾਰੀ ਪਦਾਰਥਾਂ ਦੇ ਸੁੱਖ ਦੀ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਇਹੋ ਜਿਹੀ ਬਖਸ਼ਿਸ਼ ਮਿਲਦੀ ਹੈ ਕਿ ਜਨਮ ਦਾ ਪਦਾਰਥ ਉਹ ਸਫਲ ਕਰ ਜਾਂਦੇ ਆ। ਇੱਕ ਹੁਕਮੀ ਸਦਾ ਭਵਾਈ ਹੈ, ਇੱਕ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਜੰਮਣ ਮਰਨ ਦੇ ਚੱਕਰਾਂ ਵਿੱਚ ਹੀ ਭਾਉਂਦੇ ਰਹਿੰਦੇ ਆ, ਭੁਆਏ ਜਾਂਦੇ ਆ। 84 ਲੱਖ ਜੂਨ ਦੇ ਵਿੱਚ ਉਹਨਾਂ ਨੂੰ ਭਟਕਣਾ ਪੈਂਦਾ ਹੈ। ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਇਹ ਸੰਸਾਰ ਦੀ ਸਾਰੀ ਪ੍ਰਕਿਰਿਆ ਜਿਹੜੀ ਉਹ ਵਰਤ ਰਹੀ ਹੈ। ਜੇ ਕੋਈ ਬਖਸ਼ਿਸ਼ ਮਿਲਦੀ ਹੈ ਜੂਨਾਂ ਵਿੱਚੋਂ ਮੁਕਤ ਹੋਣ ਦੀ ਤਾਂ ਵਾਹਿਗੁਰੂ ਜੀ ਦੇ ਹੁਕਮ ਵਿੱਚ ਪ੍ਰਾਪਤ ਹੁੰਦੀ ਹੈ ਬਖਸ਼ਿਸ਼। ਤੇ ਜਿਹੜੇ ਜੀਵ ਜੂਨੀਆਂ ਵਿੱਚ ਭੁੰਦੇ ਆ, ਭਟਕਦੇ ਆ, ਭਵਾਏ ਜਾਂਦੇ ਆ, ਉਹ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਜਿਹੜੇ ਆ ਭਵਾਏ ਜਾਂਦੇ ਆ, ਭਾਵ ਭਟਕਾਏ ਜਾਂਦੇ ਆ। ਬਾਰ-ਬਾਰ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਵਾਹਿਗੁਰੂ ਦੇ ਹੁਕਮ ਵਿੱਚ ਹੀ ਜੀਵ ਜਿਹੜੇ ਆ ਉਹ ਜੂਨਾਂ ਵਿੱਚ ਭਵਾਏ ਜਾਂਦੇ ਆ। ਹੁਕਮ ਹੈ ਅੰਦਰ ਸਭ ਕੋ, ਮਹਾਰਾਜ ਕਹਿੰਦੇ ਸਭ ਕੁਝ ਹੀ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਨਹੀਂ ਕੁਛ ਵੀ, ਬਾਹਰ ਹੁਕਮ ਨਾ ਕੋਏ, ਹੁਕਮ ਤੋਂ ਬਾਹਰਾ ਕੁਛ ਵੀ ਨਹੀਂ ਹੈ, ਸਭ ਕੁਛ ਵਾਹਿਗੁਰੂ ਜੀ ਦੇ ਹੁਕਮ ਵਿੱਚ ਵਰਤ ਰਿਹਾ ਹੈ। ਮਹਾਰਾਜ ਜੀ ਨੇ ਅੱਗੇ ਫਰਮਾਨ ਕੀਤਾ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਮਹਾਰਾਜ ਕਹਿੰਦੇ ਜੇ ਕੋਈ ਹੁਕਮ ਨੂੰ ਬੁੱਝ ਲਵੇ, ਜਾਣ ਲਵੇ ਤਾਂ ਫਿਰ ਮਹਾਰਾਜ ਕਹਿੰਦੇ ਹਉਮੈ ਦੇ ਵਿੱਚ ਆ ਕਰਕੇ ਉਹ ਕੋਈ ਬਚਨ ਜਿਹੜਾ ਹੈ ਉਹ ਨਹੀਂ ਬੋਲਦਾ। ਤੇ ਜਦੋਂ ਹੁਕਮ ਨੂੰ ਬੁੱਝਦਾ ਹੈ ਉਹਦੇ ਅੰਦਰਲਾ ਫਿਰ ਹਿਰਦਾ ਸਚਿਆਰ ਹੋ ਜਾਂਦਾ ਹੈ, ਉਹਦੇ ਅੰਦਰੋਂ ਝੂਠ ਦੀ ਕੰਧ ਜਿਹੜੀ ਹੈ ਉਹ ਡਿੱਗ ਜਾਂਦੀ ਹੈ। ਮਹਾਰਾਜ ਕਹਿੰਦੇ ਹਉਮੈ ਦਾ ਤਾਂ ਨਾਉ ਹੀ ਨਾ ਲਵੇਗਾ ਉਹ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਜਾਵੇਗਾ, ਕਿਉਂਕਿ ਉਹਨੂੰ ਆਪਣੇ ਸਰੀਰ ਦੀ ਹਸਤੀ ਦਾ ਕਦਾ ਵੀ ਹੰਕਾਰ ਨਹੀਂ ਫੁਰਦਾ। ਫਿਰ ਜਿਹੜਾ ਵਾਹਿਗੁਰੂ ਜੀ ਦੇ ਰਜਾ ਵਿੱਚ ਚੱਲਦਾ, ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕਿਸੇ ਨੇ ਬੁੱਝਿਆ ਨਾ, ਜਾਣਿਆ ਹੈ ਤਾਂ ਫਿਰ ਹਉਮੈ ਵਿੱਚ ਆ ਕਰਕੇ ਕਦਾ ਉਹ ਬੋਲ ਨਹੀਂ ਬੋਲਦੇ। ਸਦਾ ਉਹਨਾਂ ਦੇ ਨਿਮਰਤਾ ਵਾਲੇ ਬੋਲ ਹੁੰਦੇ ਆ, ਮਿੱਠੇ ਬੋਲ ਹੁੰਦੇ ਆ, ਜਿਹੜੇ ਨਿਰੰਕਾਰ ਦੇ ਪਰਮੇਸ਼ਰ ਦੇ ਹੁਕਮ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਬੁੱਝ ਲੈਂਦੇ ਆ। ਹੁਕਮ ਦੀ ਖੇਡ ਬੜੀ
ਅਦੁੱਤੀ ਹੈ, ਕਿਉਂਕਿ ਕਈ ਵਾਰੀ ਜਿਹੜੇ ਗੁਰਮਤ ਦੇ ਨਹੀਂ ਧਾਰਨੀ ਹੁੰਦੇ ਉਹ ਸੁਣ ਕੇ ਵਿਚਾਰ ਨੂੰ ਤੇ ਫਿਰ ਉਹਨਾਂ ਦੇ ਮਨ ਦੇ ਅੰਦਰ ਪ੍ਰਸ਼ਨ ਉੱਠਦਾ ਹੈ। ਸੁਭਾਵਿਕ ਹੀ ਜਿਨ੍ਹਾਂ ਸੰਗਤ ਨਹੀਂ ਕੀਤੀ ਉਹਨਾਂ ਦੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਜ਼ਰੂਰ ਕਿ ਜੇ ਸਭ ਕੁਝ ਹੀ ਹੁਕਮ ਦੇ ਵਿੱਚ ਹੋ ਰਿਹਾ ਹੈ ਤੇ ਫਿਰ ਜਿਹੜਾ ਹੈ ਉਹ ਸਾਨੂੰ ਕਿਉਂ ਦੋਸ਼ ਦਿੱਤਾ ਜਾਂਦਾ, ਸਾਨੂੰ ਸਮਝਾਇਆ ਹੀ ਕਿਉਂ ਜਾਂਦਾ ਹੈ, ਕਿਉਂਕਿ ਹੋ ਤਾਂ ਸਭ ਕੁਝ ਹੁਕਮ ਵਿੱਚ ਰਿਹਾ ਹੈ। ਇਹ ਅਗਿਆਨਤਾ ਦੇ ਸਹਿਤ ਆਪਾਂ ਕਹਿ ਰਹੇ ਹਾਂ ਕਿ ਮੈਨੂੰ ਕਿਉਂ ਰੋਕਿਆ ਜਾਂਦਾ ਬੁਰੇ ਕਰਮਾਂ ਤੋਂ, ਜਦੋਂ ਹੁਕਮ ਵਿੱਚ ਹੀ ਸਭ ਕੁਝ ਮੈਂ ਕਰ ਰਿਹਾ ਹਾਂ। ਜਿਹੜਾ ਰੋਕਿਆ ਜਾ ਰਿਹਾ ਇਹ ਵੀ ਤਾਂ ਹੁਕਮ ਵਿੱਚ ਹੀ ਰੋਕਿਆ ਜਾ ਰਿਹਾ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜੇ ਕੋਈ ਉਪਦੇਸ਼ ਵੀ ਦਿੱਤਾ ਜਾ ਰਿਹਾ ਤੇ ਜੇ ਕੋਈ ਉਪਦੇਸ਼ ਨੂੰ ਸੁਣ ਵੀ ਰਿਹਾ ਤਾਂ ਉਹ ਵੀ ਹੁਕਮ ਵਿੱਚ ਹੀ ਹੈ। ਉੱਥੇ ਆਪਣੇ ਆਪ ਨੂੰ ਜਦੋਂ ਅਸੀਂ ਕਰਮ ਦੇ ਕਰਨ ਵਾਲਾ ਜਾਣਨ ਲੱਗ ਪੈਂਦੇ ਹਾਂ ਤੇ ਫਿਰ ਕਰਮ ਦੇ ਕਰਨ ਨਾਲ ਹੀ ਹੰਕਾਰ ਵਧਣ ਲੱਗ ਜਾਂਦਾ ਹੈ ਕਿ ਮੈਂ ਉਪਦੇਸ਼ ਕਰਤਾ ਹਾਂ, ਮੈਂ ਸੁਣਨ ਵਾਲਾ ਹਾਂ, ਮੈਂ ਕਮਾਉਣ ਵਾਲਾ ਹਾਂ। ਵਾਹਿਗੁਰੂ ਜੀ ਦੇ ਹੁਕਮ ਨੂੰ ਜਦੋਂ ਜਾਣੀਏ ਕਿ ਮਹਾਰਾਜ ਨੇ ਮੇਰੇ ਤੇ ਤਰਸ ਕੀਤਾ, ਮੈਨੂੰ ਉਪਦੇਸ਼ ਦੇ ਕਰਨ ਵਾਲਾ ਬਣਾਇਆ, ਮੈਨੂੰ ਉਪਦੇਸ਼ ਦੇ ਸੁਣਨ ਦੇ ਯੋਗ ਬਣਾਇਆ, ਸਰੋਤਾ ਬਣਾਇਆ, ਮੈਨੂੰ ਫਿਰ ਮਹਾਰਾਜ ਜੀ ਨੇ ਕਮਾਈ ਦੇ ਕਰਨ ਦੇ ਵੀ ਯੋਗ ਬਣਾਇਆ। ਇਹ ਜਦੋਂ ਆਪਾਂ ਜਾਣਦੇ ਹਾਂ ਨਾ ਫਿਰ ਸ਼ੁਕਰਾਨਾ ਮੁਖ ਤੋਂ ਨਿਕਲਦਾ ਹੈ। ਹੁਕਮ ਦੀ ਖੇਡ ਬੜੀ ਅਦੁੱਤੀ ਹੈ, ਜਿਹਨੂੰ ਸਮਝ ਪੈ ਜਾਂਦੀ ਹੈ ਉਹ ਵਿਸਮਾਦਤਾਈ ਨੂੰ ਪ੍ਰਾਪਤ ਹੋ ਜਾਂਦਾ, ਅਸਚਰਜਤਾਈ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਜੀਵ ਅਗਿਆਨਤਾ ਦੇ ਸਹਿਤ ਇਹ ਕਹਿੰਦਾ ਨਾ ਕਿ ਸਭ ਕੁਝ ਹੁਕਮ 'ਚ ਹੋ ਰਿਹਾ ਤੇ ਮੈਂ ਬੁਰੇ ਕੰਮ ਵੀ ਹੁਕਮ 'ਚ ਹੀ ਕਰ ਰਿਹਾ ਹਾਂ, ਠੀਕ ਹੈ, ਹੁਕਮ 'ਚ ਹੀ ਕਰ ਰਿਹਾ, ਹੁਕਮ ਤੋਂ ਬਾਹਰ ਤਾਂ ਨਹੀਂ ਹੈ। ਪਰ ਜਦੋਂ ਉਹਨੂੰ ਦੁੱਖ ਲੱਗਦਾ ਫਿਰ ਕਿਉਂ ਰੋਂਦਾ ਹੈ? ਦੁੱਖ ਵੀ ਤਾਂ ਹੁਕਮ 'ਚ ਹੀ ਫਿਰ ਲੱਗ ਰਿਹਾ ਨਾ। ਜਦੋਂ ਤਾਂ ਬੁਰੇ ਕਰਮ ਕਰਦਾ, ਸੁੱਖ ਭੋਗਦਾ, ਫਿਰ ਤਾਂ ਕਹਿੰਦਾ ਮੈਨੂੰ ਮੋੜੋ ਨਾ, ਮੈਂ ਤਾਂ ਹੁਕਮ 'ਚ ਹੀ ਸਭ ਕੁਝ ਕਰ ਰਿਹਾ ਹਾਂ। ਤੇ ਜਦੋਂ ਦੁੱਖ ਲੱਗਦਾ ਉਸ ਕੀਤੇ ਹੋਏ ਕਰਮ ਦਾ, ਕਿਉਂਕਿ ਇਹ ਰੱਬੀ ਨਿਆਂ ਹੈ ਨਾ, ਜੇ ਕੋਈ ਬੁਰਾ ਕਰਮ ਕਰਦਾ ਤੇ ਉਸਨੂੰ ਸਜ਼ਾ ਦਾ, ਪਾਪ ਦਾ ਫਲ ਜਿਹੜਾ ਉਹ ਦੁੱਖ ਰੂਪ ਭੋਗਣਾ ਪੈਂਦਾ ਹੈ। ਜਿਵੇਂ ਹੁਣ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ ਕਿ ਜੇ ਕੋਈ ਬੀਜ ਤਾਂ ਜਿਹੜੇ ਆ ਉਹ ਕਿੱਕਰਾਂ ਦੇ ਬੀਜੇ ਤੇ ਫਿਰ ਕਹੇ ਕਿ ਇਹਨਾਂ ਨੂੰ ਬਜੌਰ ਦੇਸ਼ ਦੀਆਂ ਦਾਖਾਂ ਲੱਗਣਗੀਆਂ। ਜਿਵੇਂ ਫਰੀਦ ਜੀ ਦਾ ਉਹ ਸ਼ਬਦ ਹੈ ਨਾ ਕਿ ਕਿੱਕਰ ਬੀਜਿਆ ਜੱਟ, ਉਹ ਜੱਟ ਜਿਹੜਾ ਸੀ ਉਹ ਕਿੱਕਰ ਦੇ ਬੀਜ ਲੋੜੈ ਦਾਖ ਬਜੌਰੀਆਂ, ਲੋੜਦਾ ਚਾਹੁੰਦਾ ਹੈ ਕਿ ਇਹਨੂੰ ਬਜੌਰ ਦੇਸ਼ ਦੀਆਂ ਦਾਖਾਂ ਲੱਗਣਗੀਆਂ, ਜਿਹੜੇ ਮਨੱਕੇ ਵੀ ਕਹਿ ਦਿੰਦੇ ਆ, ਤੇ ਇਹਨੂੰ ਬਜੌਰ ਦੇਸ਼ ਦੀਆਂ ਦਾਖਾਂ ਲੱਗਣ, ਲੋੜੈ ਦਾਖ ਬਜੌਰੀਆਂ ਕਿੱਕਰ ਬੀਜਿਆ ਜੱਟ। ਤੇ ਜੱਟ ਜਿਹੜਾ ਉਹ ਕਿੱਕਰਾਂ ਦੇ ਬੀਜ ਬੀਜਦਾ ਤੇ ਚਾਹੁੰਦਾ ਹੈ ਕਿ ਇੱਥੋਂ ਬਜੌਰ ਦੇਸ਼ ਦੀਆਂ ਦਾਖਾਂ ਲੱਗਣ। ਇਵੇਂ ਜੀਵ ਜਿਹੜਾ ਹੈ ਉਹ ਕਰਮ ਤਾਂ ਕਰਦਾ ਬੁਰੇ ਪਾਪਾਂ ਵਾਲੇ ਤੇ ਫਿਰ ਉੱਥੋਂ ਭਾਲਦਾ ਹੈ ਬਜੌਰ ਦੇਸ਼ ਦੀਆਂ ਦਾਖਾਂ, ਮੁਕਤੀ ਰੂਪੀ ਦਾਖਾਂ। ਫਿਰ ਉੱਥੋਂ ਸੁੱਖ ਭਾਲਦਾ ਹੈ ਕਿ ਮੈਨੂੰ ਸੁੱਖ ਮਿਲੇਗਾ। ਕੀਤੇ ਬੁਰੇ ਕਰਮ ਦਾ ਕਦੇ ਵੀ ਸੁੱਖ ਨਹੀਂ, ਉਹਦਾ ਦੁੱਖ ਰੂਪੀ ਫਲ ਜਿਹੜਾ ਹੈ ਉਹ ਭੋਗਣਾ ਪੈਂਦਾ ਹੈ। ਕਿਉਂਕਿ ਕਿੱਕਰ ਦਾ ਬੀਜ ਬੀਜਾਂਗੇ, ਬੁਰਾ ਕਰਮ ਕਰਾਂਗੇ, ਜਿਵੇਂ ਕਿੱਕਰ ਦੇ ਬੀਜ ਨੂੰ ਕੰਡੇ ਲੱਗਦੇ ਆ, ਇਸੇ ਤਰ੍ਹਾਂ ਬੁਰੇ ਕਰਮ ਦੇ ਬੀਜ ਨੂੰ ਦੁੱਖ ਫਲ ਦਾ ਜਿਹੜਾ ਹੈ ਨਾ ਉਹ ਫਲ ਪੈਂਦਾ ਹੈ, ਦੁੱਖ ਭੋਗਣਾ ਪੈਂਦਾ ਹੈ। ਤੇ ਅੱਗੇ ਕਿਹਾ ਹੈ ਹੰਡਾ ਉੱਨ ਕਤਾਏ ਦਾ ਪੈਦਾ ਲੋੜੈ ਪੱਟ, ਕਿ ਜੇ ਤਾਂ ਕੋਈ ਜਿਹੜਾ ਕੱਤਦਾ ਤੇ ਹੋਵੇ ਸੂਤ ਤੇ ਇੱਛਾ ਕਰੇ ਕਿ ਮੈਂ ਪੱਟ ਜਿਹੜਾ ਰੇਸ਼ਮੀ ਬਸਤਰ ਹੈ ਉਹ ਪਹਿਨਾਂਗਾ, ਜੇ ਸੂਤ ਬੁਣਦਾ ਪਿਆ ਖੱਦਰ ਤਾਂ ਫਿਰ ਸੂਤ ਦਾ ਹੀ ਕੱਪੜਾ ਪਾਊਗਾ ਨਾ, ਉਹ ਰੇਸ਼ਮੀ ਕੱਪੜਾ ਕਿਵੇਂ ਬਣ ਜਾਏਗਾ। ਇਸ ਤਰ੍ਹਾਂ ਜਿਹੜੇ ਜੀਵ ਸਕਾਮ ਕਰਮ ਕਰਦੇ ਆ, ਭਾਵ ਸ਼ਹਿਤ ਇੱਛਾ ਦੇ ਕਰਮ ਕਰਦੇ ਆ, ਆਪਣੇ ਪਰਿਵਾਰ ਦੇ ਮੋਹ 'ਚ ਬੱਝੇ ਕਰਮ ਕਰਦੇ ਆ, ਆਪਣੇ ਘਰ ਨੂੰ ਹੀ ਪਾਲਣ ਪੋਸ਼ਣਾ, ਹੋਰ ਕੋਈ ਉਪਕਾਰ ਦਾ ਕਰਮ ਨਹੀਂ ਕਰਨਾ, ਕਦੇ ਸੇਵਾ ਨਹੀਂ ਕਰਨੀ, ਕਦੇ ਬਾਣੀ ਦਾ ਜਾਪ ਨਹੀਂ ਪਿਆਰ ਨਾਲ ਕਰਨਾ, ਕਦੇ ਉਪਕਾਰ ਹੀ ਨਹੀਂ ਕਰਨਾ ਕਿਸੇ ਤੇ। ਜਿਸ ਕੰਮ ਵਿੱਚ ਆਪਣਾ ਕੋਈ ਲਾਭ ਨਾ ਹੋਵੇ ਉਹਨੂੰ ਉਪਕਾਰ ਕਹਿੰਦੇ ਆ, ਪਰ ਉਪਕਾਰ ਕਰਨਾ।
ਪਰਾਏ ਦੇ ਉੱਤੇ ਉਪਕਾਰ ਕਰਨਾ। ਜੇ ਕਦੇ ਇਹ ਕਰਮ ਕੀਤਾ ਹੀ ਨਹੀਂ ਤੇ ਫਿਰ ਵਾਹਿਗੁਰੂ ਜੀ ਦੀ ਪ੍ਰੀਤ ਰੂਪੀ ਰੇਸ਼ਮੀ ਵਸਤਰ ਕਿਵੇਂ ਪ੍ਰਾਪਤ ਹੋ ਜਾਏਗਾ। ਵਾਹਿਗੁਰੂ ਜੀ ਨਾਲ ਜਿਹੜਾ ਪਿਆਰ ਕਰਨਾ ਇਹ ਰੇਸ਼ਮੀ ਵਸਤਰ ਦੀ ਨਿਆਈ ਹੈ। ਤੇ ਜੇ ਕੰਮ ਸਾਰੇ ਹੀ ਆਪਣੇ ਘਰ ਦੇ ਪਰਿਵਾਰ ਦੇ ਮੋਹ 'ਚ ਬੱਝਿਆਂ ਕੀਤੇ, ਆਪਣੇ ਧੀਆਂ ਪੁੱਤਰਾਂ ਵਾਸਤੇ ਹੀ ਕੀਤਾ, ਕਦੇ ਕੋਈ ਉਪਕਾਰ ਦਾ ਕਰਮ ਹੀ ਨਹੀਂ ਕੀਤਾ, ਕਦੇ ਭਲਾ ਹੀ ਨਹੀਂ ਕੀਤਾ, ਕਦੇ ਕਿਸੇ ਦਾ ਨਾਮ ਨਹੀਂ ਜਪਿਆ, ਤੇ ਫਿਰ ਜਿਹੜਾ ਹੈ ਵਾਹਿਗੁਰੂ ਜੀ ਦਾ ਪਿਆਰ ਰੂਪੀ ਜਾਂ ਬ੍ਰਹਮ ਗਿਆਨ ਰੂਪੀ ਜਾਂ ਗਿਆਨ ਰੂਪੀ ਵਸਤਰ ਜਿਹੜਾ ਹੈ ਰੇਸ਼ਮੀ, ਉਹ ਨਹੀਂ ਪਹਿਰ ਸਕਦਾ ਜੀਵ। ਵਾਹਿਗੁਰੂ ਜੀ ਦੇ ਹੁਕਮ ਦੀ ਖੇਡ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਕਿੰਨਾ ਕੁ ਵੱਡਾ ਵਾਹਿਗੁਰੂ ਦਾ ਹੁਕਮ ਹੈ, ਇਹ ਤਾਂ ਕਿਹਾ ਨਹੀਂ ਜਾ ਸਕਦਾ। ਜਿਹੜੇ ਜੀਵ ਹੈ, ਜਿਵੇਂ ਇੱਕ ਸਿੱਪੀ ਹੁੰਦੀ ਹੈ, ਉਹ ਸਮੁੰਦਰ ਨੂੰ ਜੇ ਸਿੱਪੀ ਨਾਲ ਉਲੀਚਣਾ ਚਾਹੀਏ ਤੇ ਨਹੀਂ ਨਾ ਉਲੀਚਿਆ ਜਾ ਸਕਦਾ। ਸਿੱਪੀ ਇੱਕ ਛੋਟੀ ਜਿਹੀ ਹੁੰਦੀ, ਜਿਹੜੀਆਂ ਸਮੁੰਦਰਾਂ ਦੇ ਕੰਢਿਆਂ ਦੇ ਉੱਤੇ ਸਿੱਪੀਆਂ ਹੁੰਦੀਆਂ। ਤੇ ਇਸ ਤਰ੍ਹਾਂ ਜੀਵ ਜੇ ਆਪਣੀ ਬੁੱਧੀ ਨਾਲ ਵਾਹਿਗੁਰੂ ਦੇ ਹੁਕਮ ਨੂੰ ਜਿਹੜਾ ਹੈ ਉਹ ਕਹੇ ਕਿ ਮੈਂ ਜਾਣ ਸਕਦਾ ਕਿੱਡਾ ਕੁ ਵੱਡਾ ਹੈ, ਇਸ ਤਰ੍ਹਾਂ ਉਹ ਬੁੱਧੀ ਰੂਪੀ ਸਿੱਪੀ ਦੇ ਨਾਲ ਸਮੁੰਦਰ ਦੀ ਨਿਆਈ ਵਿਸ਼ਾਲ ਵਾਹਿਗੁਰੂ ਜੀ ਦੇ ਹੁਕਮ ਨੂੰ ਕਿਵੇਂ ਸੰਪੂਰਨ ਤੌਰ ਤੇ ਕਹਿ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਹੁਕਮ ਨਾ ਕਹਿਆ ਜਾਈ, ਵਾਹਿਗੁਰੂ ਦਾ ਹੁਕਮ ਜਿਹੜਾ ਨਾ ਉਹ ਕਿਹਾ ਨਹੀਂ ਜਾ ਸਕਦਾ। ਜਿਸ ਨੇ ਹੁਕਮ ਦੀ ਖੇਡ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਬੁੱਝਿਆ ਹੈ, ਜਾਣਿਆ ਹੈ, ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਿਹਾਲ ਹੋ ਜਾਂਦਾ। ਹਉਮੈ ਦੇ ਵਿੱਚ ਆ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਕੋਈ ਬਚਨ ਨਹੀਂ ਬੋਲਦਾ। ਗੁਰਮੁਖ ਜਾਣਦੇ ਆ ਕਿ ਹੁਕਮ ਚਲਾਏ ਆਪਣੇ, ਕਰਮੀ ਵਾਹਿ ਕਲਾਮ। ਸਾਰਿਆਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਨੇ ਕਲਮ ਫੇਰੀ ਹੋਈ ਹੈ ਤੇ ਜੀਵ ਹੁਕਮ ਦੇ ਬੱਧੇ ਸਾਰੇ ਕਰਮ ਜਿਹੜੇ ਆ ਉਹ ਕਰਦੇ ਆ। ਵਾਹਿਗੁਰੂ ਦਾ ਜਿਹੜਾ ਹੁਕਮ ਹੈ ਨਾ ਉਹ ਕਿਸੇ ਕੋਲੋਂ ਮੇਟਿਆ ਨਹੀਂ ਜਾ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ, ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ। ਫਿਰ ਮਹਾਰਾਜ ਜੀ ਨੇ ਵੀ ਸ਼ਬਦ ਕਹੇ ਆ ਕਿ ਜਿਹੜਾ ਕਰਮ ਹੈ ਨਾ ਇਹ ਭੋਗਣਾ ਪੈਂਦਾ ਹੈ। ਇਹਦੇ ਵਾਸਤੇ ਜੇ ਕੱਟਿਆ ਜਾਂਦਾ ਹੈ ਤਾਂ ਉਹਦੇ ਵਾਸਤੇ ਵੀ ਮਹਾਰਾਜ ਜੀ ਨੇ ਨਿਯਮ ਦੱਸੇ ਆ। ਕਿਉਂਕਿ ਜਿਹੜੇ ਜਿੱਦਾਂ ਉਦਾਹਰਨ ਮਾਤਰ ਸਹੀ ਸਮਝਣਾ ਕਿ ਰੱਬੀ ਜਿਹੜੇ ਕਾਨੂੰਨ ਹੁੰਦੇ ਆ ਉਹ ਕਿਹੜਾ ਕਾਨੂੰਨ ਤੇ ਕਿਹੜਾ ਕਾਨੂੰਨ ਲਾਗੂ ਹੁੰਦਾ ਹੈ। ਕਿਉਂਕਿ ਜੇ ਜੀਵ ਕਰਮਾਂ ਤੋਂ ਛੁੱਟ ਨਾ ਸਕਣ, ਵਾਹਿਗੁਰੂ ਦੇ ਹੁਕਮ 'ਚ ਹੀ ਛੁੱਟਣਾ ਨਾ ਫਿਰ, ਤੇ ਉਹ ਫਿਰ ਮਹਾਰਾਜ ਨੇ ਕਿਹਾ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਜੀ ਦਾ ਸ਼ਬਦ ਜਿਹੜਾ ਨਾ ਕਰੋੜਾਂ ਕਰਮਾਂ ਨੂੰ ਜਿਹੜਾ ਨਾ ਉਹ ਕੱਟ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਤੇ ਜਿਹੜਾ ਹੁਕਮ ਨੂੰ ਨਹੀਂ ਪਛਾਣਦਾ, ਜਿੰਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ, ਉਹਨਾਂ ਨੇ ਕਦੇ ਨਹੀਂ ਰੋਣਾ ਜਿਨ੍ਹਾਂ ਨੇ ਪਛਾਣ ਲਿਆ ਹੁਕਮ ਨੂੰ। ਤੇ ਜਿਹੜੇ ਨਹੀਂ ਪਛਾਣਦੇ ਉਹਨਾਂ ਦੇ ਫਿਰ ਰੋਣਾ ਪੱਲੇ ਜਿਹੜਾ ਉਹ ਪਿਆ ਰਹਿੰਦਾ ਹੈ। ਦੁੱਖ ਜਿਹੜੇ ਆ ਉਹਨਾਂ ਕੋਲੋਂ ਮਿਟਦੇ ਨਹੀਂ, ਨਿਰਾਸ਼ਾ ਜਿਹੜੀ ਆ ਮਨ ਚੋਂ ਮਿਟਦੀ ਨਹੀਂ, ਸਦਾ ਹੀ ਭਰਮ ਜਿਹੜਾ ਉਹ ਪਿਆ ਰਹਿੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਹੁਕਮ ਹੈ ਨਾ ਵਾਹਿਗੁਰੂ ਦਾ ਇਹ ਬੜਾ ਅਚਰਜ ਹੈ। ਜਿਹੜੇ ਹੁਕਮ ਨੂੰ ਬੁੱਝ ਲੈਂਦੇ ਆ, ਹੁਕਮੇ ਬੁੱਝ ਨਿਹਾਲ ਸੁਖ ਸੁਖੇਟਿਆ, ਉਹ ਹੁਕਮ ਨੂੰ ਬੁੱਝ ਕੇ ਨਿਹਾਲ ਹੋ ਕੇ ਸੁੱਖ ਦੇ ਅੰਦਰ ਸਮਾ ਜਾਂਦੇ ਆ। ਸੱਚੇ ਪਾਤਸ਼ਾਹ ਜੀ ਨੇ ਕਿਹਾ ਹੁਕਮੈ ਬੁੱਝ ਨਿਹਾਲ ਖਸਮ ਫਰਮਾਇਆ। ਜਿਵੇਂ ਵਾਹਿਗੁਰੂ ਜੀ ਨੇ ਫਰਮਾਇਆ, ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਭਾਈ ਨਿਹਾਲ ਹੋ ਜਾਂਦੇ ਆ, ਆਨੰਦਿਤ ਹੋ ਜਾਂਦੇ ਆ, ਵਿਸਮਾਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੂੰ ਇਹੋ ਜਿਹੀ ਅਵਸਥਾ ਪ੍ਰਾਪਤ ਹੁੰਦੀ ਹੈ ਜਿਹੜੀ ਕਿ ਸ਼ਬਦਾਂ ਨਾਲ ਫਿਰ ਬਿਆਨ ਕਰਕੇ ਨਹੀਂ ਦੱਸੀ ਜਾ ਸਕਦੀ। ਹੁਕਮ ਦੀ ਖੇਡ ਬੜੀ ਅਚਰਜ ਹੈ। ਜਿਵੇਂ ਦਰਿਆ ਦਾ ਵਹਿਣ ਵਹਿੰਦਾ, ਜੇ ਤਾਂ ਉਸ ਵਹਿਣ ਦੇ ਵਹਾਅ ਨਾਲ ਚੱਲ ਪਵੇ ਤਾਂ ਫਿਰ ਜਿਹੜਾ ਹੈ ਜੀਵ ਦੂਸਰੇ ਪਾਸੇ ਕੰਢੇ ਚੜ੍ਹ ਸਕਦਾ। ਪਰ ਜੇਕਰ ਕਿ ਵਹਿਣ ਦੇ ਉਲਟ ਪਾਸੇ ਨੂੰ ਚੱਲ ਪਵੇ ਤੇ ਫਿਰ ਜਿਹੜਾ ਹੈ ਉਹ ਜੀਵ ਜਿਹੜਾ ਉਹ ਦੂਸਰੇ ਕੰਢੇ ਨਹੀਂ ਲੱਗ ਸਕਦਾ ਤੇ ਮਝਧਾਰ ਹੀ ਰਹਿ ਜਾਂਦਾ। ਜਿਹੜਾ ਸਾਡੀ ਬਿਰਤੀ ਦਾ ਉਲਟ ਚੱਲਣਾ ਨਾ ਕਿ ਕਿਉਂ ਮੈਨੂੰ ਕਿਉਂ ਨਹੀਂ ਪ੍ਰਾਪਤ ਹੋਇਆ, ਇਸ ਤਰ੍ਹਾਂ ਕਿਉਂ ਹੋਇਆ,
ਵਾਹਿਗੁਰੂ ਜੀ ਦੇ ਹੁਕਮ ਤੋਂ ਉਲਟ ਚੱਲ ਕਰਕੇ ਜੀਵ ਜਿਹੜਾ ਫਿਰ ਦੁਖੀ ਤੇ ਪਰੇਸ਼ਾਨ ਹੁੰਦਾ ਹੈ। ਜਿਵੇਂ ਇੱਕ ਸਮਝਾਉਣ ਮਾਤਰ ਸੇ ਨਾ ਇੱਕ ਸਾਖੀ ਆਉਂਦੀ ਹੈ ਕਿ ਇੱਕ ਇਸਤਰੀ ਸੀਗੀ, ਉਹ ਆਪਣੀ ਬੁੱਧੀ ਸਮਝਣੀ, ਇਹ ਦਾ ਦ੍ਰਿਸ਼ਟਾਂਤ ਹੁੰਦੇ ਆ। ਉਹ ਆਪਣੇ ਪਤੀ ਤੋਂ ਸਦਾ ਉਲਟੀ ਚੱਲਦੀ ਹੁੰਦੀ। ਹਰੀਕੇ ਪੱਤਣ ਤੇ ਉਹਨਾਂ ਦਾ ਘਰ ਸੀਗਾ। ਉਹਨੇ ਆਪਣੇ ਪਤੀ ਦੀ ਸਦਾ ਜਿਹੜੀ ਆ ਨਾ ਉਸ ਦੇ ਉਲਟ ਗੱਲ ਕਰਨੀ। ਉਹਦੇ ਪਤੀ ਦਾ ਮਨ ਦਾ ਖਿਆਲ ਬਣਿਆ ਕਿ ਆਪਾਂ ਨਾ ਆਪਣੇ ਪਿਤਰਾਂ ਦੇ ਸਰਾਧ ਕਰੀਏ, ਪਰ ਮਨ 'ਚ ਸੋਚਦਾ ਕਿ ਇਹਨੇ ਕਰਨ ਨਹੀਂ ਦੇਣੇ। ਕਹਿੰਦਾ ਰਾਤ ਨੂੰ ਲੰਮੇ ਪਿਆ ਕਿ ਯਾਰ ਕਿ ਨਾ ਅਸੀਂ ਆਪਣੇ ਪਿਤਰਾਂ ਦੇ ਸਰਾਧ ਨਹੀਂ ਕਰਨੇ। ਉਹ ਕਹਿੰਦੇ ਮੈਂ ਕਰੂੰਗੀ। ਜਦੋਂ ਉਹਨੇ ਕਿਹਾ ਵੀ ਪਿਤਰਾਂ ਦੇ ਸਰਾਧ ਨਹੀਂ ਕਰਨੇ, ਉਹ ਕਹਿੰਦੀ ਮੈਂ ਕਰੂੰਗੀ। ਤੇ ਉਹ ਅੰਦਰੋਂ ਕਰਾਉਣਾ ਚਾਹੁੰਦਾ, ਪਤਾ ਇਹਨੇ ਮੇਰੇ ਉਲਟ ਚੱਲਣਾ। ਉਹਨੇ ਕਿਹਾ ਵੀ ਪਿਤਰਾਂ ਦੇ ਸਰਾਧ ਨਹੀਂ ਯਾਰ ਕੀ ਆਪਾਂ ਕਰਨੇ। ਉਹ ਕਹਿੰਦੀ ਮੈਂ ਕਰੂੰਗੀ। ਕਹਿੰਦਾ ਚੰਗਾ ਜੇ ਕਰੂੰਗੀ ਤੇ ਦਾਨ ਦਕਸ਼ਣਾ ਨਹੀਂ ਅਸੀਂ ਦੇਣੀ। ਕਹਿੰਦੀ ਮੈਂ ਦਊਂਗੀ। ਤੇ ਉਹ ਇਸ ਤਰ੍ਹਾਂ ਫਿਰ ਉਹਨੇ ਉਹਦੇ ਕੋਲੋਂ ਜਿਹੜਾ ਸੀ ਨਾ ਉਹ ਸਰਾਧ ਵੀ ਕਰਾ ਲਏ ਤੇ ਦਾਨ ਦਕਸ਼ਣਾ ਵੀ ਦਵਾਤੀ। ਤੇ ਜਿਹੜਾ ਇਸ ਪ੍ਰਕਾਰ ਉਹ ਜਿਹੜੀ ਆ ਘਰ ਦੇ ਵਿੱਚ ਕੁਝ ਪਦਾਰਥ ਸੀਗੇ ਤੇ ਉਹ ਜਦੋਂ ਦਾਨ ਦਕਸ਼ਣਾ ਦੇ ਕਰਕੇ ਸਾਰਿਆਂ ਨੂੰ ਤੋਰਿਆ ਤੇ ਉਹਨੇ ਇਉਂ ਜਾਣ ਕਰਕੇ ਕਹਿੰਦਾ ਇਹ ਜਿਹੜੇ ਪਦਾਰਥ ਵਾ ਇਹਨਾਂ ਨੂੰ ਹੁਣ ਘਰ 'ਚ ਸਾਂਭ ਕੇ ਰੱਖੀ। ਉਹ ਕਹਿੰਦੀ ਮੈਂ ਰੂੜੀ ਤੇ ਸੁੱਟੂੰਗੀ। ਉਹਨੇ ਬਾਹਰ ਚੁੱਕ ਕੇ ਰੂੜੀ ਤੇ ਸੁੱਟ ਦਿੱਤੇ। ਉਹ ਬੜਾ ਦੁਖੀ ਹੋਇਆ ਚਿੱਤ ਉਹਦਾ, ਕਹਿਣ ਲੱਗਾ ਕਿ ਇਹਦੇ ਕੋਲੋਂ ਜਿਹੜਾ ਉਹ ਖਹਿੜਾ ਕਿਸ ਤਰ੍ਹਾਂ ਹੁਣ ਛਡਾਇਆ ਜਾਵੇ। ਤੇ ਸਮੇਂ ਉਹਨੇ ਕਿਹਾ ਕਿ ਜਿਹੜਾ ਤੇਰੇ ਇਹ ਇੱਕ ਸਮਝਣ ਮਾਤਰ ਸੇ ਸਾਖੀ ਹੁੰਦੀ ਆ, ਮੈਂ ਅੱਗੇ ਉਹਦਾ ਦਾ ਦ੍ਰਿਸ਼ਟਾਂਤ ਟਿਕਾਊਂਗਾ ਕਿ ਜਿਹੜਾ ਤੇਰੇ ਸਹੁਰਿਆਂ ਨੇ, ਜਿਹੜਾ ਵਾਹਿਗੁਰੂ ਤੇਰੇ ਪੇਕਿਆਂ ਨੇ ਬੈਲ ਦਿੱਤਾ, ਉਹ ਲੈ ਕੇ ਮੈਂ ਤੇਰੇ ਜਿਹੜਾ ਪੇਕੇ ਘਰ ਜਿਹੜਾ ਨਾ ਉਹ ਤੇਰੇ ਨਾਲ ਮੈਂ ਨਹੀਂ ਜਾਣਾ ਤੇ ਆਪਣੇ ਭਾਵ ਸਹੁਰੇ ਨਹੀਂ ਜਾਣਾ। ਉਹ ਕਹਿਣ ਲੱਗੀ ਮੈਂ ਤੈਨੂੰ ਨਾਲ ਲੈ ਕੇ ਜਾਊਂਗੀ। ਤੇ ਉਹਨੂੰ ਤਿਆਰ ਕਰਨਾ ਚਾਹੁੰਦਾ ਸੀ। ਜਦੋਂ ਪੱਤਣ ਤੇ ਪਹੁੰਚ ਗਏ ਤੇ ਕਹਿਣ ਲੱਗਾ ਆਪਾਂ ਬੇੜੀ ਦੀ ਉਡੀਕ ਕਰ ਲਈਏ। ਕਹਿੰਦੀ ਮੈਂ ਬੇੜੀ ਤੋਂ ਬਿਨਾਂ ਜਾਊਂਗੀ, ਬਲਦ ਦੀ ਪੂਛ ਫੜ ਕਰਕੇ। ਉਹ ਕਹਿਣ ਲੱਗਾ ਕਿ ਅੱਛਾ ਚੰਗਾ ਤਾਂ ਫਿਰ ਬਲਦ ਦੀ ਪੂਛ ਨਾ ਛੱਡੀ। ਤੇ ਜਦੋਂ ਅੱਧ ਵਿਚਕਾਰ ਗਈ ਤੇ ਉਹ ਮੈਂ ਛੱਡੂੰਗੀ। ਉਹ ਫਿਰ ਜਿਹੜੀ ਸੀ ਰੁੜ ਗਈ ਨਦੀ ਦੇ ਅੰਦਰ, ਉਸ ਦਰਿਆ ਦੇ ਅੰਦਰ। ਤੇ ਜਦੋਂ ਉਹਨੂੰ ਲੱਭਦਾ ਫਿਰੇ ਤੇ ਉਹ ਚੜ੍ਹਦੇ ਵਾਲੇ ਪਾਸੇ ਨੂੰ ਉਹਨੂੰ ਲੱਭਦਾ ਫਿਰੇ ਜਿੱਧਰੋਂ ਪਾਣੀ ਆ ਰਿਹਾ ਸੀ। ਤੇ ਕਿਸੇ ਨੇ ਪੁੱਛਿਆ ਉਹਨੂੰ ਕਿ ਤੂੰ ਭਾਈ ਕੀ ਲੱਭਦਾ? ਕਹਿੰਦਾ ਮੇਰੀ ਘਰ ਵਾਲੀ ਰੁੜ ਗਈ ਆ ਤੇ ਮੈਂ ਉਹਨੂੰ ਲੱਭਦਾ। ਉਹ ਕਹਿੰਦੇ ਫਿਰ ਉਹ ਕਿੱਥੇ ਰੁੜੀ? ਕਹਿੰਦਾ ਉਹ ਪਿੱਛੇ ਪੱਤਣ ਤੇ ਰੁੜੀ। ਕਹਿੰਦੇ ਫਿਰ ਲਹਿੰਦੇ ਨੂੰ ਗਈ ਹੋਣੀ ਆ ਤੇ ਤੂੰ ਕਿੱਧਰ ਨੂੰ ਚੜ੍ਹਦੇ ਨੂੰ ਆ ਗਿਆ? ਉਹ ਕਹਿੰਦਾ ਨਹੀਂ ਉਹ ਪੁੱਠੀ ਸੀ, ਉਹ ਚੜ੍ਹਦੇ ਨੂੰ ਆਈ ਹੋਣੀ ਆ। ਭਾਵ ਹਰੇਕ ਗੱਲ ਤੋਂ ਉਲਟ ਚੱਲਦੀ ਸੀ। ਇਵੇਂ ਜਿਹੜੀ ਸਾਡੀ ਬਿਰਤੀ ਰੂਪੀ ਇਸਤਰੀ ਆ ਨਾ, ਇਹ ਤਕਰੀਬਨ ਹਰੇਕ ਗੱਲ ਤੋਂ ਉਲਟ ਚੱਲਦੀ ਆ। ਪਰਮੇਸ਼ਰ ਦੇ ਭਾਣੇ ਵਿੱਚ ਨਹੀਂ ਆਉਂਦੀ, ਹੁਕਮ ਵਿੱਚ ਨਹੀਂ ਚੱਲਦੀ। ਹਰੇਕ ਗੱਲ ਤੋਂ ਮਨ ਜਿਹੜਾ ਨਾ ਉਹ ਆਪਣੇ ਤਰੀਕੇ ਨਾਲ ਸੋਚਦਾ ਰਹਿੰਦਾ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਦੋਖ ਦ੍ਰਿਸ਼ਟੀ ਦਿਸਦੀ ਰਹਿੰਦੀ ਹੈ ਕਿ ਇਹ ਚੰਗਾ ਨਹੀਂ, ਇਹ ਮਾੜਾ ਹੈ। ਤੇ ਜਦੋਂ ਵਾਹਿਗੁਰੂ ਜੀ ਦੇ ਹੁਕਮ ਦੀ ਜਿਹੜੀ ਹੈ ਖੇਡ ਸਮਝ ਪੈਂਦੀ ਹੈ, ਫਿਰ ਇਹਨੂੰ ਪਤਾ ਲੱਗ ਜਾਂਦਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਕਿ ਬੁਰਾ ਨਹੀਂ ਸਭ ਕੁਝ ਚੰਗਾ ਹੀ ਹੈ, ਭਲਾ ਹੀ ਵਰਤ ਰਿਹਾ ਹੈ। ਤੋ ਇਹ ਹੁਕਮ ਦੀ ਬੜੀ ਅਚਰਜ ਖੇਡ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹਨੂੰ ਪਤਾ ਲੱਗ ਜਾਂਦਾ ਉਹਦੇ ਸਾਰੇ ਹੀ ਜਿਹੜੇ ਕੀਤੇ ਹੋਏ ਗੁਨਾਹ ਆ ਨਾ ਉਹ ਵੀ ਬਖਸ਼ੇ ਜਾਂਦੇ ਆ। ਖਿਨ ਮਾਤਰ 'ਚ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੇ ਕੀਤੇ ਹੋਏ ਸਾਰੇ ਗੁਨਾਹਾਂ ਨੂੰ ਮਹਾਰਾਜ ਮਾਫ ਕਰ ਦਿੰਦੇ ਆ। ਅਸੰਖ ਖਤੇ ਖਿਨ ਬਖਸ਼ਨਹਾਰਾ, ਨਾਨਕ ਸਾਹਿਬ ਸਦਾ ਦਿਆਰਾ। ਮਹਾਰਾਜ ਸਦਾ ਦਿਆਲੂ ਹੈ, ਮਿਹਰ ਕਰਨ ਵਾਲੇ ਹੈ। ਜੇ ਵਾਹਿਗੁਰੂ ਦੀ ਰਜਾ ਵਿੱਚ ਚੱਲਦਾ ਹੋਇਆ ਭਜਨ ਕਰੇ ਤੇ ਭਜਨ ਦੀ ਵੀ ਫਿਰ ਹਉਮੈ ਤਾਂ ਹੀ ਨਹੀਂ ਨਾ ਫੁਰਦੀ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਵਾਹਿਗੁਰੂ ਦੀ ਹੁਕਮ ਦੀ ਖੇਡ ਹੈ। ਪਰਮੇਸ਼ਰ ਨੇ ਇਹੋ ਜਿਹੀ ਖੇਡ ਵਰਤਾਈ ਹੈ ਕਿ ਮੈਨੂੰ ਇਸ ਸੰਸਾਰ ਤੋਂ ਤਾਰਨ ਲਈ, ਸਦਗਤੀ ਦੇਣ ਲਈ ਵਾਹਿਗੁਰੂ ਜੀ ਨੇ ਮੈਨੂੰ ਸੰਗਤ ਵਿੱਚ ਲਾ ਦਿੱਤਾ। ਮੇਰੀ ਆਪਣੀ ਕੋਈ ਵੀ ਸਿਆਣਪ ਨਹੀਂ, ਮੇਰੀ ਕੋਈ ਚਲਾਕੀ ਨਹੀਂ, ਮੇਰਾ ਕੋਈ ਚੰਗਾ ਗੁਣ ਨਹੀਂ।
ਇਹ ਵਾਹਿਗੁਰੂ ਜੀ ਨੇ ਮੈਨੂੰ ਕਿਰਪਾ ਕਰਕੇ ਆਪ ਹੀ ਗੁਣਾਂ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਪ ਹੀ ਕਿਰਪਾ ਕਰਕੇ ਸੰਗਤ ਵਿੱਚ ਲਾਇਆ ਤੇ ਨਾਮ ਦੇ ਸਿਮਰਨ ਵਿੱਚ ਮੈਨੂੰ ਜੋੜ ਦਿੱਤਾ ਮੇਰਾ ਭਲਾ ਕਰਨ ਲਈ। ਜਦੋਂ ਫਿਰ ਕਰਮ ਕਰਦਿਆਂ ਸਾਧਨ ਕਰਦਿਆਂ ਹਉਮੈ ਨਹੀਂ ਫੁਰਦੀ ਤੇ ਜੀਵ ਜਿਹੜਾ ਉਹਦਾ ਹਿਰਦਾ ਸਚਿਆਰ ਹੋ ਜਾਂਦਾ, ਉਹਦਾ ਮਨ ਜਿਹੜਾ ਪਵਿੱਤਰ ਹੋ ਜਾਂਦਾ, ਅੰਦਰੋਂ ਝੂਠ ਦੀ ਕੰਧ ਜਿਹੜੀ ਹੈ ਉਹ ਡਿੱਗ ਜਾਂਦੀ ਹੈ। ਨਹੀਂ ਤੇ ਹਉਮੈ ਦਾ ਇਹੋ ਜਿਹਾ ਰੋਗ ਹੈ ਜਿਹੜਾ ਬੜਾ ਭਾਰੀ ਸਖਤ ਵਾ, ਦੀਰਘ ਵਾ, ਜੀਵ ਦੇ ਅੰਦਰੋਂ ਨਾਸ਼ ਨਹੀਂ ਹੁੰਦਾ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਨ੍ਹਾਂ ਦੇ ਉੱਤੇ ਫਿਰ ਕਿਰਪਾ ਵਰਤਦੀ ਹੈ, ਹੁਕਮ ਦੇ ਵਿੱਚ ਚੱਲ ਪੈਂਦੇ ਆ, ਸਾਰੇ ਹੀ ਜਿੰਨੇ ਗੁਣ ਵਾ ਕੀਤੇ ਹੋਏ ਸਾਧਨ ਵਾ, ਕਿਉਂਕਿ ਸਾਧਨਾ ਦੇ ਕਰਨ ਨਾਲ ਵਾਹਿਗੁਰੂ ਜੀ ਪ੍ਰਾਪਤ ਨਹੀਂ ਹੁੰਦੇ, ਪਰ ਸਾਧਨਾ ਤੋਂ ਬਿਨਾਂ ਵੀ ਜੀਵ ਜਿਹੜਾ ਹੈ ਉਹ ਗੁਣ ਨਹੀਂ ਧਾਰਨ ਕਰ ਸਕਦਾ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਸੰਗਤ ਕਰਨੀ, ਸੇਵਾ ਕਰਨੀ, ਪਰਉਪਕਾਰ ਕਰਨਾ, ਤੇ ਇਹ ਚੰਗੇ ਕਰਮ ਹੈ, ਇਹ ਸਾਧਨ ਨੇ। ਪਰ ਜਦੋਂ ਇਹਨਾਂ ਦਾ ਹੰਕਾਰ ਫੁਰਦਾ ਤੇ ਫਿਰ ਕੀਤੇ ਸਾਰੇ ਸਾਧਨ ਜਿਹੜੇ ਆ ਉਹ ਨਿਸ਼ਫਲ ਚੱਲ ਜਾਂਦੇ ਆ। ਜਦੋਂ ਜੀਵ ਸੋਚਦਾ ਮੈਂ ਕਰਦਾ ਹਾਂ, ਤੇ ਜਦੋਂ ਸਾਧਨ ਕਰਦਾ ਹੋਇਆ ਆਪਣੇ ਆਪ ਨੂੰ ਸਮਝਦਾ ਕਿ ਮੈਂ ਕੁਝ ਵੀ ਨਹੀਂ ਕਰਨ ਵਾਲਾ, ਮੇਰੇ ਕੋਲ ਨਹੀਂ ਕੁਝ ਹੋ ਸਕਦਾ, ਇਹ ਵਾਹਿਗੁਰੂ ਜੀ ਕਰਾ ਰਹੇ ਆ, ਫਿਰ ਉਸਦੇ ਮਨ ਦੇ ਅੰਦਰੋਂ ਭਰਮ ਮਿਟਣ ਲੱਗ ਜਾਂਦਾ ਹੈ, ਵਾਹਿਗੁਰੂ ਜੀ ਦੀ ਰਜ਼ਾ ਵਿੱਚ ਚੱਲਣ ਲੱਗ ਜਾਂਦਾ। ਕਬੀਰ ਜੀ ਨੇ ਵੀ ਇਹ ਸ਼ਬਦ ਕਹੇ ਨਾ, ਕਬੀਰ ਕਾਰਨ ਬੱਪਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ, ਜਿਹ ਜਿਹ ਡਾਲੀ ਪੱਗ ਧਰ ਸੋਈ ਮੁਰ ਮੁਰ ਜਾਏ। ਕਬੀਰ ਜੀ ਕਹਿੰਦੇ ਕਾਰਨ ਵਾਹਿਗੁਰੂ ਨੂੰ ਮਿਲਣ ਦਾ ਜਦੋਂ ਮਨ ਦੇ ਅੰਦਰ ਚਾਅ ਪੁੱਜਦਾ ਨਾ ਹਰੇਕ ਦੇ ਹੀ ਕਿ ਮੈਂ ਵੀ ਪਰਮੇਸ਼ਰ ਨੂੰ ਮਿਲਾਂ, ਤੇ ਜਦੋਂ ਪਰਮੇਸ਼ਰ ਨੂੰ ਮਿਲਣ ਦੇ ਰਾਹ ਤੇ ਤੁਰਦਾ ਹੈ, ਹਰੇਕ ਤਰ੍ਹਾਂ ਦੇ ਕੀਤੇ ਕਰਮ ਦੀ ਹਉਮੈ ਉਹ ਖਹਿੜਾ ਨਹੀਂ ਛੱਡਦੀ। ਜਿਹੜਾ ਵੀ ਕੋਈ ਕਰਮ ਕਰਦਾ ਹੈ ਉਹਦੇ ਵਿੱਚ ਕਰਮ ਕਰਨ ਵਾਲਾ ਆਪ ਬਣ ਬੈਠਦਾ ਹੈ, ਜਿਸ ਕਰ ਝੋਰੇ ਖਹਿੜਾ ਨਹੀਂ ਛੱਡਦੇ, ਅੰਦਰੋਂ ਝੂਠ ਦੀ ਕੰਧ ਡਿੱਗਦੀ ਨਹੀਂ। ਤੇ ਕਬੀਰ ਜੀ ਕਹਿੰਦੇ ਉਹ ਕਾਰਨ ਵਿਚਾਰਾ ਬੱਪਰਾ ਵਿਚਾਰਾ ਕੀ ਕਰੇ, ਜੋ ਰਾਮ ਨਾ ਕਰੈ ਸਹਾਏ, ਜੇ ਪਰਮੇਸ਼ਰ ਵਾਹਿਗੁਰੂ ਆਪ ਹੀ ਸਹਾਇਤਾ ਨਾ ਕਰੇ ਤਾਂ। ਇਸ ਕਰਕੇ ਸਦਾ ਵਾਹਿਗੁਰੂ ਦੇ ਅੱਗੇ ਨਿਮਰੀ ਭੂਤ ਰਹਿਣਾ ਚਾਹੀਦਾ, ਹੱਥ ਜੋੜਨੇ ਚਾਹੀਦੇ ਆ। ਆਪਣੇ ਸ਼ਾਂਤ ਚਿੱਤ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਆਪਣੇ ਭਗਤ ਪੁਣੇ ਦਾ ਹੰਕਾਰ ਵੀ ਨਹੀਂ ਕਰਨਾ ਚਾਹੀਦਾ, ਆਪਣੇ ਗੁਰਮੁਖਤਾਈ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਆਪਣੇ ਸ਼ੁਭ ਗੁਣਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਮਹਾਰਾਜ ਜੀ ਨੇ ਕਿਹਾ। ਇਹ ਸਾਰੇ ਗੁਣ ਜਿੰਨੇ ਆ ਸ਼ੁਭ, ਇਹ ਸਾਰੇ ਵਾਹਿਗੁਰੂ ਜੀ ਦੇ ਦਿੱਤੇ ਹੋਏ ਆ। ਆਪਣਾ ਤਾਂ ਜਦੋਂ ਅਸੀਂ ਸਮਝ ਲੈਂਦੇ ਆ ਕਿ ਮੈਂ ਆ, ਆਪਣੇ ਆਪ ਨੂੰ ਕਰਤਾ ਮੰਨਦੇ ਆ, ਤੇ ਫਿਰ ਜਿਹੜਾ ਉਹ ਸੰਸਾਰ ਦੇ ਅੰਦਰ ਦੁੱਖ ਸੁੱਖ ਨੂੰ ਭੋਗਣ ਵਾਲਾ ਜੀਵ ਜਿਹੜਾ ਹੈ ਉਹ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਧਾਂ ਨੂੰ ਕਿਹਾ, ਸਿੱਧੋ ਹੁਕਮ ਦੀ ਖੇਡ ਬੜੀ ਅਸਚਰਜ ਹੈ। ਜਿਹੜੇ ਵਾਹਿਗੁਰੂ ਜੀ ਦੇ ਹੁਕਮ ਨੂੰ ਬੁੱਝਦੇ ਆ, ਜਾਣਦੇ ਆ, ਉਹ ਇਸ ਤਰ੍ਹਾਂ ਨਿਹਾਲ ਹੋ ਜਾਂਦੇ ਆ। ਵਹਿਣ ਦੇ ਨਾਲ ਵਹਿ ਕਰਕੇ ਉਹਨਾਂ ਨੂੰ ਤਾਂ ਫਿਰ ਜਿਹੜੀ ਹੈ ਵਗਦੀ ਹੋਈ ਹਵਾ ਵੀ ਵਸਮਾਦ ਦਿਖਾਈ ਦਿੰਦੀ ਹੈ। ਉਹਨਾਂ ਨੂੰ ਜਿਹੜਾ ਹੈ ਉਹ ਪਾਣੀ ਕਿੰਨਾ ਵਸਮਾਦ ਰੂਪ ਦਿਖਾਈ ਦਿੰਦਾ ਹੈ ਕਿ ਵਾਹਿਗੁਰੂ ਨੇ ਕਿਹੋ ਜਿਹੀਆਂ ਨਿਆਮਤਾਂ ਜੀਵ ਨੂੰ ਦਿੱਤੀਆਂ। ਜੇ ਹਵਾ ਹੀ ਨਾ ਬਣਾਉਂਦੇ ਤਾਂ ਕਿਵੇਂ ਜੀਵ ਸਾਹ ਲੈ ਸਕਦੇ ਸੀ, ਜੇ ਪਾਣੀ ਨਾ ਵਾਹਿਗੁਰੂ ਜੀ ਬਣਾਉਂਦੇ ਤੇ ਕਿਵੇਂ ਜੀਵ ਪਿਆਸ ਬੁਝਾ ਸਕਦੇ ਸੀ। ਇਹ ਏਡੀਆਂ ਵੱਡਮੁੱਲੀਆਂ ਦਾਤਾਂ ਵਾਹਿਗੁਰੂ ਨੇ ਦਿੱਤੀਆਂ ਜਿਹੜੀਆਂ ਜੀਵ ਨੂੰ ਮੁੱਲ ਨਹੀਂ ਕਿਤੋਂ ਪ੍ਰਾਪਤ ਹੋ ਸਕਦੀਆਂ, ਤੇ ਵਾਹਿਗੁਰੂ ਜੀ ਨੇ ਫਰੀ ਚ ਦਿੱਤੀਆਂ ਹੋਈਆਂ। ਤੇ ਏਡਾ ਪਰਉਪਕਾਰੀ ਪਰਮੇਸ਼ਰ ਵਾਹਿਗੁਰੂ, ਉਹਦੇ ਪਰਉਪਕਾਰਾਂ ਨੂੰ ਭੁਲਾ ਕਰਕੇ ਜਦੋਂ ਜੀਵ ਆਪਣੇ ਆਪ ਨੂੰ ਜਣਾਉਂਦਾ ਹੈ, ਤੇ ਸਰੀਰ ਦਾ ਜਿਹੜਾ ਹੈ ਉਹ ਤਾਂ ਬਹੁਤ ਛੋਟੀ ਜਿਹੀ ਹਸਤੀ ਹੈ, ਤੇ ਸਰੀਰ ਜਿਸ ਦਾ ਮਾਣ ਕਰਦਾ ਉਹਦੇ ਬਿਨਸਣ ਦਾ ਵੀ ਨਹੀਂ ਕੋਈ ਪਤਾ, ਕੋਈ ਮੋਹਲਤ ਨਹੀਂ ਹੈ। ਚਾਹੇ ਕਿ ਭਾਵੇਂ ਬਿਰਧ ਅਵਸਥਾ ਦੀ ਮੋਹਲਤ ਮੰਨੀ ਜਾਂਦੀ ਹੈ, ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਕ ਕਹੇ ਨਾ, ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਇਸ ਕਰਕੇ ਉਸ ਵੇਲੇ ਦਾ, ਉਸ ਸਮੇਂ ਦਾ ਕੋਈ
ਭੇਦ ਨਹੀਂ ਕਿਸੇ ਨੂੰ। ਇਸ ਕਰਕੇ ਜੀਵ ਨੂੰ ਆਪਣਾ ਮਾਣ ਜਿਹੜਾ ਹੈ ਉਹ ਗਵਾਉਣਾ ਚਾਹੀਦਾ। ਮਾਣ ਨੂੰ ਗਵਾ ਕਰਕੇ ਸਾਰੇ ਕਾਰਜਾਂ ਦੇ ਕਰਨ ਵਾਲਾ ਵਾਹਿਗੁਰੂ ਜੀ ਨੂੰ ਜਾਣਨਾ ਚਾਹੀਦਾ। ਆਪਣੇ ਆਪ ਨੂੰ ਜਾਣਨਾ ਚਾਹੀਦਾ ਕਿ ਮੈਂ ਇੱਕ ਕਠਪੁਤਲੀ ਦੀ ਨਿਆਈ ਹਾਂ ਤੇ ਕਠਪੁਤਲੀ ਦੇ ਆਪਣੇ ਵੱਸ ਕੁਛ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਜਿਵੇਂ ਜਿਵੇਂ ਵਾਹਿਗੁਰੂ ਜੀ ਨਚਾਉਂਦੇ ਆ, ਜਿਵੇਂ ਜਿਵੇਂ ਵਾਹਿਗੁਰੂ ਜੀ ਖਿਲਾਉਂਦੇ ਆ, ਤਿਵੇਂ ਤਿਵੇਂ ਇਹ ਜੀਵ ਜਿਹੜੇ ਆ ਸੰਸਾਰ ਦੇ ਅੰਦਰ ਖੇਲ ਕਰਦੇ ਆ। ਬੜੀ ਅਚਰਜ ਵਾ ਇਹ ਗੱਲ ਕਿ ਸਭ ਕੁਝ ਉਹ ਜਾਣਦੇ ਹੋਏ ਵੀ ਇੱਕ ਅਣਜਾਣ ਦੀ ਤਰ੍ਹਾਂ ਫਿਰ ਵਰਤਦੇ ਰਹਿੰਦੇ ਆ। ਉਹਨਾਂ ਨੂੰ ਪਤਾ ਹੁੰਦਾ ਹੈ, ਕਿਉਂਕਿ ਤਿੰਨਾਂ ਕਾਲਾਂ ਦਾ ਹੀ ਭੇਦ ਜਿਹੜਾ ਉਹ ਉਹਨਾਂ ਦੇ ਅੱਗੇ ਖੁੱਲ ਜਾਂਦਾ ਹੈ। ਜਿਹੜਾ ਵਰਤਮਾਨ, ਭੂਤ ਤੇ ਭਵਿੱਖ, ਇਹ ਤਿੰਨਾਂ ਕਾਲਾਂ 'ਚ ਹੀ ਉਹਨਾਂ ਨੂੰ ਜਿਹੜਾ ਪਤਾ ਲੱਗ ਜਾਂਦਾ ਵੀ ਭੂਤ ਕਾਲ ਵਿੱਚ ਇਸ ਧਰਤੀ ਤੇ ਕੀ ਹੋ ਗੁਜ਼ਰਿਆ ਹੈ। ਸਤਯੁਗ ਤੱਕ ਜੋ ਮਰਜ਼ੀ ਵੇਖ ਸਕਦੇ ਅੱਖਾਂ ਬੰਦ ਕਰਕੇ, ਜਿਹਨੂੰ ਹੁਕਮ ਦੀ ਖੇਡ ਪਤਾ ਲੱਗ ਜਾਂਦੀ ਹੈ। ਤੇ ਵਰਤਮਾਨ ਵਿੱਚ ਕੀ ਵਰਤਾਰਾ ਵਰਤ ਰਿਹਾ ਤੇ ਭਵਿੱਖ ਵਿੱਚ ਕੀ ਵਰਤਾਰਾ ਵਰਤੇਗਾ, ਇਸ ਦੇ ਬਾਬਤ ਉਹਨਾਂ ਨੂੰ ਇਉਂ ਗਿਆਨ ਹੋ ਜਾਂਦਾ ਜਿਵੇਂ ਹੱਥ ਦੀ ਹਥੇਲੀ ਉੱਤੇ ਔਲਾ ਰੱਖਿਆ ਹੁੰਦਾ ਨਾ, ਤੇ ਇਸ ਤਰ੍ਹਾਂ ਉਹਨਾਂ ਨੂੰ ਤਿੰਨਾਂ ਕਾਲਾਂ ਦਾ ਗਿਆਨ ਹੋ ਜਾਂਦਾ। ਫਿਰ ਵੀ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਜਿਵੇਂ ਕਠਪੁਤਲੀ ਨੂੰ ਨਚਾਉਣ ਵਾਲਾ ਨਚਾਉਂਦਾ ਹੈ ਕਠਪੁਤਲੀ ਨੂੰ, ਇਸ ਤਰ੍ਹਾਂ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਉਹ ਜਿਹੜਾ ਹੈ ਸਾਰੇ ਕਾਰਜਾਂ ਨੂੰ ਕਰਦੇ ਆ। ਤੇ ਕਦੇ ਕਰਮ ਦੇ ਕਰਨ ਦਾ ਮਾਣ ਨਹੀਂ ਕਰਦੇ, ਹੰਕਾਰ ਨਹੀਂ ਕਰਦੇ। ਇੰਨੇ ਸ਼ੁਭ ਗੁਣ, ਇੰਨੇ ਜ਼ਿਆਦੇ ਉਹਨਾਂ 'ਚ ਲਿਆਕਤ ਤੇ ਵਾਹਿਗੁਰੂ ਜੀ ਦੇ ਪਿਆਰ ਨਾਲ ਹਿਰਦਾ ਰੰਗਰੇਜ਼ ਹੁੰਦਾ ਹੈ। ਤੇ ਕਦਾਚਿਤ ਵੀ ਕਿਸੇ ਚੀਜ਼ ਦਾ ਫਿਰ ਵੀ ਇੰਨੇ ਗੁਣ ਹੁੰਦਿਆਂ ਹੋਇਆਂ ਮਾਣ ਨਹੀਂ ਕਰਦੇ। ਤੇ ਇਹ ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਹੁਕਮ ਨੂੰ ਜਾਣਨ ਦੀ ਖੇਡ ਵਰਤਦੀ ਹੈ। ਜਿਹੜੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜ ਕਰਕੇ ਹੁਕਮ ਦੀ ਖੇਡ ਨੂੰ ਜਾਣ ਲੈਂਦੇ ਆ, ਉਹ ਆਨੰਦਿਤ ਹੋ ਜਾਂਦੇ ਆ। ਨਹੀਂ ਤਾਂ ਜੀਵ ਕਿੰਨੇ ਕਰਮ ਵੀ ਕਰਦੇ ਆ ਤੇ ਫਿਰ ਵੀ ਦੁਖੀ ਰਹਿੰਦੇ ਆ, ਕਿਉਂਕਿ ਕਈ ਜਿਹੜੇ ਨਿਰਾਸ਼ਾ ਨੂੰ ਧਾਰਨ ਕਰ ਜਾਂਦੇ ਆ, ਉਹ ਫਿਰ ਕਹਿੰਦੇ ਜੀ ਜੇ ਕੋਈ ਉਹਨਾਂ ਨੂੰ ਦੱਸੇ ਸਾਧਨ ਕਿ ਲੋਕ ਕਹਿੰਦੇ ਬਥੇਰੇ ਕੀਤੇ ਜੀ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਬੜੀ ਬਾਣੀ ਪੜ੍ਹੀ ਹੈ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਹਨਾਂ ਨੇ ਬਾਣੀ ਪੜ੍ਹੀ ਨਹੀਂ ਦਿਲੋਂ ਜੀ ਜਾਨ ਦੇ ਨਾਲ। ਮਹਾਰਾਜ ਜੀ ਨੇ ਕਿਹਾ ਇਹ ਬਾਣੀ ਜੋ ਜੀਆ ਹੋ ਜਾਣਾ ਤਿਸ ਅੰਤਰ ਰਵੈ ਹਰਨਾਮਾ। ਜਿਹੜਾ ਇਸ ਬਾਣੀ ਨਾਲ, ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਦਿਲੋਂ ਪਿਆਰ ਕਰਦਾ ਨਾ, ਉਹਦੇ ਅੰਦਰ ਹਰੀ ਨਾਮ ਰਵਣ ਲੱਗ ਪੈਂਦਾ, ਭਾਵ ਚੱਲਣ ਲੱਗ ਪੈਂਦਾ ਹੈ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਹੋਏ ਆ। ਮਹਾਂਪੁਰਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਬਹੁਤ ਲੰਮਾ ਸਮਾਂ ਤਾਬਿਆ ਬੈਠ ਕੇ ਸਹਿਜ ਪਾਠ ਕਰਦੇ ਹੁੰਦੇ ਸੀ। ਤੇ ਜਦੋਂ ਉਹਨਾਂ ਦੇ ਸਰੀਰ ਨੂੰ ਕੋਈ ਆਲਸ ਆਉਂਦੀ ਸੀ, ਉਦੋਂ ਉਸ ਪਲੰਗੇ ਦੇ ਥੱਲੇ ਹੀ ਘੜੀ ਝੱਟ ਆਰਾਮ ਕਰਕੇ ਫਿਰ ਘੜੇ ਚੋਂ ਜਲ ਵਰਤ ਕੇ ਬਾਣੀ ਪੜ੍ਹਨ ਲੱਗ ਜਾਂਦੇ ਸੀ, ਇਕਾਗਰ ਚਿੱਤ ਹੋ ਕਰਕੇ। ਬਾਣੀ ਪੜ੍ਹਦਿਆਂ ਇਹ ਬਚਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਸੁਣਾਇਆ ਕਥਾ ਵਿੱਚ ਕਿ ਬਾਣੀ ਪੜ੍ਹਦਿਆਂ ਉਹਨਾਂ ਦੇ ਸਾਰੇ ਸਰੀਰ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਦੀਆਂ ਆਵਾਜ਼ਾਂ ਜਿਹੜੀਆਂ ਸੀ ਉਹ ਪ੍ਰਗਟ ਹੋ ਗਈਆਂ ਸੀਗੀਆਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹੁਕਮ ਦੀ ਖੇਡ ਵਰਤਦੀ ਹੈ। ਰਜਾ ਵਿੱਚ ਚੱਲ ਪੈਂਦੇ ਆ ਤੇ ਆਨੰਦਿਤ ਹੋ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਅੱਜ ਇਹ ਪੌੜੀ ਜਿਹੜੀ ਆਪਾਂ ਸੰਪੂਰਨ ਕੀਤੀ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਅੱਗੇ ਕੱਲ ਨੂੰ ਫਿਰ ਜਿਵੇਂ ਸਤਿਗੁਰੂ ਜੀ ਵਿਚਾਰ ਕਰਾਉਣਗੇ ਉਹ ਆਪਾਂ ਵਿਚਾਰ ਕਰਾਂਗੇ। 2 ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਉਂਦੇ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।